ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਆਟਵਾ ਦੇ ਵਿੱਚ ਜਿਹੜੀ ਟਰੱਕ ਡੈਮੋਸਟ੍ਰੇਸ਼ਨ ਹੋ ਰਿਹਾ, ਇੱਕ ਟਰੱਕ ਰੈਲੀ ਹੋ ਰਹੀ ਹੈ, ਕੌਨਵਾ ਇੱਥੋਂ ਗਿਆ, ਉਹ ਪੂਰੇ ਦਾ ਪੂਰਾ ਕਾਫਲਾ ਉੱਥੇ ਪਹੁੰਚਿਆ। ਉਹਦੇ ਤੋਂ ਬਾਅਦ ਲਗਾਤਾਰ ਉਹ 5ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਅਤੇ ਉੱਥੇ ਪ੍ਰਦਰਸ਼ਨ ਜਾਰੀ ਹੈ। ਇਹਦੇ ਉੱਤੇ ਕਾਫੀ ਗੱਲਾਂ ਬਾਤਾਂ ਹੋ ਰਹੀਆਂ। ਇਹ ਅੱਜ ਸਾਰੀਆਂ ਅਖਬਾਰਾਂ ਨੇ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਛਾਪਿਆ। ਸਿਰਫ ਕੈਨੇਡਾ ਦੇ ਵਿੱਚ ਨਹੀਂ ਸਗੋਂ ਦੁਨੀਆ ਦੀਆਂ ਅਖਬਾਰਾਂ ਨੇ ਇਸ ਚੀਜ਼ ਨੂੰ ਅੱਜ ਕਵਰ ਕੀਤਾ ਆ। ਇੱਕ ਮੁੱਦਾ ਹਿੰਦੂ ਕਮਿਊਨਿਟੀ ਦੇ ਨਾਲ ਸੰਬੰਧਿਤ ਆ, ਜਿਹਦੇ ਵਿੱਚ ਭਗਵਾਨ ਗਣੇਸ਼ ਦੀ ਤਸਵੀਰ ਨੂੰ ਜਿਹੜਾ ਗਲਤ ਤਰੀਕੇ ਦੇ ਨਾਲ ਵਰਤਿਆ ਗਿਆ। ਇੱਕ ਮੁੱਦਾ ਸਟੂਡੈਂਟਸ ਦਾ ਆ। ਸਟੂਡੈਂਟਸ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਬਾਤਾਂ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਵਿੱਚ ਰਹਿੰਦੇ ਆ, ਉਹਨਾਂ ਦੇ ਨਾਲ ਸੰਬੰਧਿਤ ਕਈ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ। ਉਹਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਨੀ ਆ। ਇੱਕ ਮੁੱਦਾ ਇਹ ਸਾਰੇ ਕੁਝ ਦੇ ਵਿੱਚ ਟੈਸਲਾ ਕਾਰ ਦਾ ਆ, ਜਿਨ੍ਹਾਂ ਨੂੰ ਕਾਰਾਂ ਦੇ ਵਿੱਚ ਕੁਛ ਨੁਕਸ ਕਾਰਨ ਉਹਨੂੰ ਵਾਪਸ ਬੁਲਾਇਆ ਗਿਆ ਅਤੇ ਅਮਰੀਕਾ ਦੇ ਵਿੱਚ ਪੁਰਾਣੇ ਰਾਸ਼ਟਰਪਤੀ, ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਫਿਰ ਇੱਕ ਵਾਰੀ ਸਿਆਸਤ ਦੇ ਵਿੱਚ ਵਾਪਸੀ ਕਰ ਰਹੇ ਆ। ਇਹ ਕੁਝ ਮੁੱਦੇ ਅੱਜ ਤੁਹਾਡੇ ਨਾਲ ਇਹਨਾਂ ਸਾਰਿਆਂ ਦੇ ਵਿੱਚ ਸਾਂਝੇ ਕਰਨੇ ਆ। ਸਭ ਤੋਂ ਪਹਿਲਾਂ ਅੱਜ ਇੱਕ ਮਸਲੇ ਬਾਰੇ ਗੱਲਬਾਤ ਕਰਨੀ ਹੈ। ਪਿੱਛੇ ਜੇ ਕੁਝ ਅਖਬਾਰਾਂ ਦੇ ਵਿੱਚ ਰਿਪੋਰਟਾਂ ਛਪੀਆਂ, ਅਖਬਾਰ ਕਦੇ ਸੁਣੀ ਵੀ ਨਹੀਂ ਉਹਦੇ ਵਿੱਚ ਰਿਪੋਰਟ ਛਪੀ, ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਕੈਨੇਡਾ ਦੇ ਵਿੱਚ ਪੜ੍ਹਨ ਆਉਂਦੇ ਆ, ਉਹਨਾਂ ਦੇ ਵਿੱਚ ਜਿਹੜੀਆਂ ਕੁੜੀਆਂ ਨੇ, ਲੜਕੀਆਂ ਨੇ, ਉਹਨਾਂ ਦੇ ਉੱਤੇ ਕੁਝ ਗਲਤ ਇਲਜ਼ਾਮ ਲੱਗੇ ਆ। ਉਹਦਾ ਆਧਾਰ ਕੋਈ ਨਹੀਂ, ਸਰਵੇ ਕੋਈ ਨਹੀਂ ਕਿ ਕਿੰਨੇ ਲੋਕ ਕੀ ਕਰਦੇ ਆ। ਸਿਰਫ ਕਿਸੇ ਨੇ ਕਹੀ ਸੁਣੀ ਗੱਲ ਨੂੰ ਅਖਬਾਰ ਦੇ ਵਿੱਚ ਛਾਪ ਦਿੱਤਾ। ਉਸ ਛਪੀ ਖਬਰ ਨੂੰ ਲੈ ਕੇ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਕੁਝ ਜਿਹੜੇ ਲੋਕਾਂ ਨੇ ਉਹਦੇ ਉੱਤੇ ਆਪਣੇ ਪ੍ਰਤੀਕਰਮ ਦੇ ਦਿੱਤੇ ਅਤੇ ਗੱਲ ਵੱਧਦੀ ਕਾਫੀ ਵੱਧ ਗਈ। ਇਹ ਲਗਭਗ ਹੁਣ ਕੈਨੇਡਾ ਦੇ ਹਰ ਮੀਡੀਆ ਦੇ ਵਿੱਚ ਇਸ ਮੁੱਦੇ ਦੇ ਉੱਤੇ ਚਰਚਾ ਹੋ ਰਹੀ ਆ ਕਿ ਇੰਟਰਨੈਸ਼ਨਲ ਸਟੂਡੈਂਟ, ਖਾਸ ਕਰ ਸਾਡੀਆਂ ਪੰਜਾਬ ਤੋਂ ਪੜ੍ਹਨ ਆਉਂਦੀਆਂ ਇੱਥੇ ਧੀਆਂ ਭੈਣਾਂ, ਕੁਝ ਗਲਤ ਕੰਮਾਂ ਦੇ ਵਿੱਚ ਪਈਆਂ ਆ। ਜਦੋਂ ਕਿੰਨੇ ਪਰਸੈਂਟ ਜਿਹੜੇ ਕਿਸੇ ਖਾਸ ਕਮਿਊਨਿਟੀ ਦੇ, ਕਿਸੇ ਖਾਸ ਵਰਗ ਦੇ ਲੋਕ ਕਿਹੜਾ ਕੰਮ ਕਰ ਰਹੇ ਆ ਜਾਂ ਉਹਨਾਂ ਦੀ ਕੀ ਰਾਏ ਆ, ਇਹਦੇ ਲਈ ਇੱਕ ਮੈਥਡੋਲੋਜੀ ਹੁੰਦੀ ਆ। ਲੋਕ ਰਿਸਰਚ ਕਰਦੇ ਆ ਔਰ ਰਿਸਰਚ ਦੇ ਲਈ ਇੱਕ ਸੈਂਪਲ ਲਿਆ ਜਾਂਦਾ ਕਿ ਜੇਕਰ 5 ਲੱਖ ਸਟੂਡੈਂਟ ਆ ਜਾਂ 1 ਲੱਖ ਸਟੂਡੈਂਟ ਆ, ਉਹਨਾਂ ਦੇ ਵਿੱਚੋਂ 1000 ਜਾਂ 500 ਇੰਨੇ ਸਟੂਡੈਂਟ ਲਏ ਜਾਣਗੇ ਆ, ਉਹਨਾਂ ਦੀ ਉਮਰ ਵਰਗ ਹੋਊਗੀ, ਇੰਨੇ ਕੁੜੀਆਂ ਇੰਨੇ ਮੁੰਡੇ ਹੋਣਗੇ। ਫਿਰ ਉਹਨਾਂ ਤੋਂ ਬਾਅਦ ਉਹਨਾਂ ਦੇ ਜਿਹੜੇ ਕੁਐਸਚਨਰ ਬਣਦੇ ਆ, ਉਹਨਾਂ ਤੋਂ ਪੁੱਛ ਗਿੱਛ ਹੁੰਦੀ ਆ, ਫਿਰ ਇੱਕ ਡਾਟਾ ਇਕੱਠਾ ਕੀਤਾ ਜਾਂਦਾ, ਫਿਰ ਉਹ ਇਕੱਠੇ ਕੀਤੇ ਡਾਟੇ ਨੂੰ ਉਹਨੂੰ ਐਨਾਲਾਈਜ਼ ਕੀਤਾ ਜਾਂਦਾ। ਉਹਦੇ ਤੋਂ ਬਾਅਦ ਇੱਕ ਜਿਹੜੀ ਚੀਜ਼ ਆ ਉਹ ਬਣਾਈ ਜਾਂਦੀ ਹੈ। ਪਹਿਲਾਂ ਹਾਈਪੋਥੀਸਿਸ ਬਣਾਇਆ ਜਾਂਦਾ, ਫਿਰ ਉਹਦਾ ਰਿਜ਼ਲਟ ਕੱਢਿਆ ਜਾਂਦਾ ਕਿ ਇੰਨੇ ਡਾਟੇ ਤੋਂ, ਇੰਨੇ ਸੈਂਪਲ ਤੋਂ ਆਹ ਨਤੀਜਾ ਆਉਂਦਾ ਕਿ ਇੰਨੇ ਪਰਸੈਂਟ ਜਿਹੜੀਆਂ ਕੁੜੀਆਂ ਆਹ ਕੰਮ ਕਰ ਰਹੀਆਂ ਜਾਂ ਇੰਨੇ ਪਰਸੈਂਟ ਮੁੰਡੇ ਆਹ ਕੰਮ ਕਰ ਰਹੇ ਆ। ਇੱਦਾਂ ਦਾ ਕੁਝ ਵੀ ਨਹੀਂ ਹੋਇਆ। ਸਿਰਫ ਇੱਕ ਕਹੀ ਕਹਾਈ ਗੱਲ ਜਾਂ ਸੁਣੀ ਸੁਣਾਈ ਗੱਲ ਨੂੰ ਆਧਾਰ ਬਣਾ ਕੇ ਕੁਝ ਖਬਰਾਂ ਸਾਹਮਣੇ ਆਉਣ ਲੱਗ ਪਈਆਂ, ਜਿਹੜੀਆਂ ਕਿ ਬਹੁਤ ਖਤਰਨਾਕ ਨੇ। ਜਿਹੜਾ ਇੱਕ ਜਨਰਲ ਆਬਜ਼ਰਵੇਸ਼ਨ ਆ, ਇੱਕ ਸਾਡਾ ਪੂਰੀ ਸੁਸਾਇਟੀ ਦੇ ਪ੍ਰਤੀ ਕਿ ਕਿੰਨੇ ਕੁ ਇੱਥੋਂ ਦੀਆਂ ਕੁੜੀਆਂ ਜਿਹੜੀਆਂ ਗਲਤ ਕੰਮ ਕਰ ਰਹੀਆਂ, ਕੈਨੇਡਾ ਪੜ੍ਹਨ ਆਈਆਂ, ਕਿੰਨੇ ਕੁ ਇੱਥੋਂ ਦੇ ਬੱਚੇ ਗਲਤ ਆ, ਕਿੰਨੇ ਕੁ ਪੁਰਾਣੇ ਆਏ ਗਲਤ ਆ। ਇਹਦਾ ਸਿੱਧਾ ਇੱਕ ਫਾਰਮੂਲਾ ਜਿਹੜਾ ਸਾਨੂੰ ਸਮਝ ਆਉਂਦਾ ਕਿ ਜਿੱਦਾਂ ਦੇ ਨਿਆਣੇ ਪੰਜਾਬ ਦੇ ਵਿੱਚ ਨੇ, ਉਹੀ ਨਿਆਣੇ ਇੱਥੇ ਨੇ। ਜਿੰਨੇ ਕੁ ਵਿਗੜਿਆਂ ਦੀ ਰੇਸ਼ੋ ਉੱਥੇ ਹੁੰਦੀ ਆ, ਉਨੀ ਇੱਥੇ ਆ। ਜਿੰਨੇ ਕੁ ਇੱਥੋਂ ਦੇ ਪੁਰਾਣੇ ਆਏ ਜਿਹੜੇ ਗਲਤ ਕੰਮ ਕਰਦੇ ਆ, ਉਨੇ ਕੀ ਉੱਥੇ ਕਰਦੇ ਆ। ਇਹਦੀ ਰੇਸ਼ੋ ਨੂੰ ਇੱਦਾਂ ਹੀ ਸਮਝਿਆ ਜਾ ਸਕਦਾ ਕਿ ਹਰ ਇੱਕ ਵਰਗ, ਚਾਹੇ ਉਹ ਅੰਤਰਰਾਸ਼ਟਰੀ ਸਟੂਡੈਂਟ ਆ, ਚਾਹੇ ਇੱਥੇ ਪੱਕੇ ਆ ਜਿਹੜੇ ਹੋਏ ਨੇ ਪੁਰਾਣੇ ਲੋਕ, ਉਹਨਾਂ ਦੇ ਬੱਚੇ ਆ, ਚਾਹੇ ਇੱਥੇ ਬਜ਼ੁਰਗ ਨੇ, ਚਾਹੇ ਇੱਥੇ ਕੋਈ ਹੋਰ ਆ, ਜਿੰਨੀ ਕੁ ਹਰ ਵਰਗ ਦੇ ਵਿੱਚ ਜਿਹੜੀ ਕੁਛ ਛੋਟੀ ਜਿਹੀ ਪਰਸੈਂਟੇਜ ਗਲਤ ਕੰਮ ਕਰਨ ਵਾਲਿਆਂ ਦੀ ਹੁੰਦੀ ਆ, ਉਨੀ ਪਰਸੈਂਟੇਜ ਹੀ ਇਹਨਾਂ ਦੇ ਵਿੱਚ। ਸੋ ਇਹਨੂੰ ਇਸ ਤਰ੍ਹਾਂ ਲੀਕ ਵਾਹ ਕੇ ਨਹੀਂ ਦੇਖਿਆ ਜਾ ਸਕਦਾ ਕਿ ਆਹ ਅੰਤਰਰਾਸ਼ਟਰੀ ਸਟੂਡੈਂਟ ਆ, ਇਹਨਾਂ ਦੇ ਵਿੱਚ ਇੰਨੇ ਜਿਹੜੇ ਗਲਤ ਕੰਮ ਕਰ ਰਹੇ ਆ ਅਤੇ ਆਹ ਜਿਹੜੇ ਇੱਥੇ ਦੇ ਇੰਨੇ ਗਲਤ ਕੰਮ ਕਰ ਰਹੇ। ਗਲਤ ਆ ਉਹ ਕਿਤੇ ਵੀ ਜਿਹੜਾ ਗਲਤ ਹੈਗਾ, ਔਰ ਹਰ ਇੱਕ ਸੁਸਾਇਟੀ ਦੇ ਵਿੱਚ ਉਹ ਲੋਕ ਹੈਗੇ ਆ। ਇਹਨੂੰ ਵੱਖਰਿਆਂ ਕਰਕੇ ਦੇਖਣਾ ਅਤੇ ਖਾਸ ਕਰ ਉਹਨੂੰ ਫਿਰ ਇੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣਾ, ਇਹ ਇੱਕ ਬੜੀ ਮਾੜੀ ਗੱਲ ਆ, ਖਤਰਨਾਕ ਗੱਲ ਆ, ਇੱਕ ਵੰਡ ਪਾਊ ਗੱਲ ਆ। ਫਿਰ ਦੋਵਾਂ ਦੀਆਂ ਆਪਣੀਆਂ ਦਲੀਲਾਂ ਹੁੰਦੀਆਂ ਅਤੇ ਇੱਕ ਕਲੈਸ਼। ਔਰ ਇਹ ਬੜੀ ਹੈਰਾਨੀ ਦੀ ਗੱਲ ਆ ਕਿ ਥੋੜ੍ਹੇ ਚਿਰ ਬਾਅਦ ਕਿਤੇ ਨਾ ਕਿਤੇ ਗੱਲਬਾਤ ਫਿਰ ਸਾਹਮਣੇ ਆ ਜਾਂਦੀ। ਥੋੜ੍ਹਾ ਚਿਰ ਲੰਘਦਾ, ਫਿਰ ਸਟੂਡੈਂਟਸ ਦਾ ਕੋਈ ਇਸ਼ੂ ਆ ਜਾਂਦਾ, ਉਹਨਾਂ ਦੀਆਂ ਲੜਾਈਆਂ ਦੀਆਂ ਵੀਡੀਓ ਸਾਹਮਣੇ ਆ ਜਾਂਦੀਆਂ, ਕਦੇ ਪੁਰਾਣਿਆਂ ਦੀਆਂ ਆ ਜਾਂਦੀਆਂ, ਕਦੇ। ਇਹ ਮਾਮਲਾ ਇੱਦਾਂ ਨਹੀਂ ਹੋਣਾ ਚਾਹੀਦਾ। ਇਹ ਕੋਈ ਲੀਕ ਖਿੱਚ ਕੇ ਨਹੀਂ ਕੀਤਾ ਜਾਣਾ ਚਾਹੀਦਾ ਕਿ ਆਹ ਸਟੂਡੈਂਟ ਨੇ ਇੰਨੇ ਮਾੜੇ ਕੰਮ ਕਰਦੇ ਆ, ਇੱਥੋਂ ਦੇ ਜੰਮੇ ਆ, ਇਹ ਇੰਨੇ ਮਾੜੇ ਕੰਮ ਕਰਦੇ ਆ। ਹਰ ਇੱਕ ਵਰਗ ਦੇ ਵਿੱਚ ਚੰਗੇ ਮਾੜੇ ਲਗਭਗ ਉਸੇ ਅਨੁਪਾਤ ਦੇ ਵਿੱਚ ਹੀ ਹੁੰਦੇ ਆ ਜਿੰਨੇ ਕਿ ਉਹ ਬਾਕੀਆਂ ਦੇ ਵਿੱਚ। ਜਿਹੜਾ ਸਾਡੇ ਸਾਹਮਣੇ ਮਸਲਾ ਆ, ਇਹਦੇ ਸੰਬੰਧੀ ਅਸੀਂ ਇਹਨਾਂ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਆ। ਆਓ ਸੁਣਦੇ ਆ ਇਹਨਾਂ ਦਾ ਇਸ ਸਾਰੇ ਮਾਮਲੇ ਦੇ ਵਿੱਚ ਕੀ ਕਹਿਣਾ। ਕਿ ਜਿਹੜੀ ਇਹ ਇੱਕ ਮਸਲਾ ਆਇਆ, ਅਸੀਂ ਸਿਰਫ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਸਟੂਡੈਂਟ ਕੰਮ ਕਿੱਦਾਂ ਕਰਦੇ, ਕਿੰਨਾ ਕੁ ਚਿਰ ਕਰਨਾ ਪੈਂਦਾ ਅਤੇ ਜਿਹੜੀਆਂ ਫੀਸਾਂ ਅਤੇ ਹੋਰ ਸਾਰਾ ਉਹ ਕਿੱਦਾਂ ਨਿਕਲਦੇ ਆ। ਜਦੋਂ ਵੀ ਇੱਥੇ ਕੋਈ ਇੰਟਰਨੈਸ਼ਨਲ ਸਟੂਡੈਂਟ ਆਉਂਦਾ, ਉਹਨਾਂ ਨੂੰ 20 ਘੰਟੇ ਕੰਮ ਕਰਨ ਲਈ ਐਲੀਜੀਬਲ ਹੁੰਦੇ ਹੈਗੇ ਉਹ।
ਮੋਸਟਲੀ ਜੌਬਸ ਜਿਹੜੀਆਂ ਹੁੰਦੀਆਂ ਉਹ ਟਿਮ ਹੋਟਨਸ ਹੋ ਗਿਆ, ਮੈਕਡੋਨਲਡਸ ਹੋ ਗਿਆ, ਕੋਈ ਵੀ ਜਿਹੜੀਆਂ ਬੇਸ ਲੈਵਲ ਜੌਬਸ ਹੁੰਦੀਆਂ ਉਹੀ ਕਰਦੇ ਨੇ ਇੱਥੇ ਆ ਕੇ 20 ਘੰਟੇ ਕੰਮ ਕਰਕੇ। ਉਹਨਾਂ ਦਾ ਫਸਟ ਈਅਰ ਦੇ ਵਿੱਚ ਉਹਨਾਂ ਨੂੰ GIC ਵੀ ਆਉਂਦੀ ਹੁੰਦੀ ਹੈ, ਜਿਹਦੇ ਨਾਲ ਉਹਨਾਂ ਦੇ ਖਰਚੇ ਥੋੜ੍ਹੇ ਬਹੁਤ ਮੈਨੇਜ ਹੋ ਜਾਂਦੇ ਆ। ਫੀਸਾਂ ਦਾ ਖਰਚਾ ਪਹਿਲੇ ਸਾਲ ਦੇ ਵਿੱਚ ਥੋੜ੍ਹਾ ਈਜ਼ੀ ਹੁੰਦਾ ਕਿਉਂਕਿ ਇੰਡੀਆ ਤੋਂ ਫੀਸ ਭਰ ਕੇ ਆਉਂਦੇ ਆ ਆਲਰੇਡੀ। ਸੈਕਿੰਡ ਈਅਰ 'ਚ ਆ ਕੇ ਜਿੱਥੇ ਮੇਨ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਉਹਨਾਂ ਦੀ GIC ਵੀ ਬੰਦ ਹੁੰਦੀ ਹੈ ਅਤੇ ਉਹਨਾਂ ਕੋਲ ਸਿਰਫ ਉਹ 20 ਘੰਟੇ ਕੰਮ ਕਰਨ ਲਈ ਐਲੀਜੀਬਲ ਹੁੰਦੇ ਆ। ਉੱਥੇ ਆ ਕੇ ਮੇਨ ਪ੍ਰੋਬਲਮ ਥੋੜ੍ਹੀ ਸ਼ੁਰੂ ਹੁੰਦੀ ਹੈ, ਜਿੱਥੇ ਉਹਨਾਂ ਨੂੰ ਥੋੜ੍ਹਾ ਹੱਥ ਘੁੱਟ ਕੇ ਚੱਲਣਾ ਪੈਂਦਾ। ਕੁੜੀਆਂ ਵੀ ਮੁੰਡੇ ਵੀ ਸਾਰੇ ਇੰਨਾ ਕੁ ਹਾਰਡ ਵਰਕ ਕਰਦੇ ਆ ਉਦੋਂ ਕਿ ਹਰ ਇੱਕ ਆਪਦੇ ਖਰਚੇ ਘਟਾ ਕੇ ਜਿੱਥੋਂ ਵੀ ਮਨੀ ਸੇਵ ਹੁੰਦੀ ਆ ਉੱਥੋਂ ਸੇਵ ਕਰਕੇ ਉਹ ਆਪਦੀਆਂ ਫੀਸਿਸ ਵੀ ਭਰਦੇ ਆ। ਆਪਦਾ ਜੋ ਰਹਿਣ ਦਾ ਖਰਚਾ ਉਹ ਵੀ, ਜੋ ਵੀ ਖਾਣ ਪੀਣ ਦਾ ਜੋ ਵੀ ਖਰਚਾ ਹੁੰਦਾ ਉਹਨਾਂ ਦਾ ਉਹ 20 ਘੰਟੇ ਕੰਮ ਕਰਕੇ ਚੱਲਦਾ। ਇਸੇ ਕਰਕੇ ਅਸੀਂ ਇਹ ਵੀ ਚੀਜ਼ ਕਹਿੰਦੇ ਹੁੰਦੇ ਹਾਂ ਕਿ 20 ਘੰਟੇ ਤੋਂ ਘੰਟੇ ਵਧਾਉਣ ਦੀ ਜ਼ਰੂਰਤ ਹੈਗੀ ਹੈ, ਬਿਕੋਜ਼ ਉਹਨਾਂ ਲਈ ਹਾਰਡ ਹੋ ਜਾਂਦਾ ਦੂਜੇ ਈਅਰ ਦੇ ਵਿੱਚ ਜਾ ਕੇ ਆਪਦੇ ਐਕਸਪੈਂਸਿਸ ਮੈਨੇਜ ਕਰਨਾ। ਮੁੰਡਿਆਂ ਕੁੜੀਆਂ ਦੇ ਵਿੱਚ ਕੋਈ ਫਰਕ ਹੈਗਾ ਕੰਮ ਕਰਨ ਦੇ ਵਿੱਚ ਵੀ? ਮੁੰਡਿਆਂ ਕੋਲ ਇੱਥੇ ਕੰਮ ਦੇ ਜ਼ਿਆਦਾ ਮੌਕੇ ਜਾਂ ਕੁੜੀਆਂ ਕੋਲ ਜਾਂ ਬਰਾਬਰ ਹੀ? ਆਲਮੋਸਟ ਮੌਕੇ ਸਾਰੇ ਬਰਾਬਰ ਹੀ ਹੁੰਦੇ ਆ, ਪਰ ਜਿਵੇਂ ਆਪਣਾ ਇੰਡੀਆ ਦੇ ਵਿੱਚ ਪਾਲਣ ਪੋਸ਼ਣ ਹੁੰਦਾ ਕੁੜੀਆਂ ਦਾ ਕਿ ਉਹਨਾਂ ਨੂੰ ਥੋੜ੍ਹਾ ਨਾਜ਼ੁਕ ਤਰੀਕੇ ਨਾਲ ਰੱਖਿਆ ਜਾਂਦਾ ਕਿ ਤੁਸੀਂ ਰਾਤ ਨੂੰ ਨਹੀਂ ਕੰਮ ਕਰਨਾ, ਐਵੇਂ ਦਾ ਕੁਛ ਹੁੰਦਾ। ਬਟ ਇੱਥੇ ਆ ਕੇ ਤੁਸੀਂ ਦੇਖੋਗੇ ਰਾਤ ਨੂੰ ਕੁੜੀਆਂ ਸਿਕਿਉਰਿਟੀ ਵੀ ਕਰ ਰਹੀਆਂ ਹੁੰਦੀਆਂ। ਸਿਰਫ ਥੋੜ੍ਹਾ ਜਿਵੇਂ ਹਾਰਡ ਜੌਬਸ ਕੰਸਟਰਕਸ਼ਨ ਵਗੈਰਾ ਦੀਆਂ ਜੌਬਸ ਦੇ ਵਿੱਚ ਜ਼ਿਆਦਾਤਰ ਮੁੰਡੇ ਹੀ ਕੰਮ ਕਰਦੇ ਆ, ਉੱਥੇ ਕੁੜੀਆਂ ਜ਼ਿਆਦਾ ਫੂਡ ਦੇ ਵਿੱਚ ਕੰਮ ਕਰਦੀਆਂ। ਸੋ ਇਕੁਅਲੀ ਮੈਨੇਜ ਹੋ ਜਾਂਦਾ ਕਿ ਉਵੇਂ ਦੀਆਂ ਹੀ ਜੌਬ ਸਾਰੇ ਕਰਦੇ ਆ ਜੀ। ਕਈ ਵਾਰੀ ਇੱਥੋਂ ਕਈ ਖਬਰਾਂ ਜਿਹੜੀਆਂ ਪੰਜਾਬ ਤੱਕ ਪਹੁੰਚਦੀਆਂ ਮਾਪੇ ਡਰਨ ਲੱਗ ਜਾਂਦੇ ਕੁੜੀਆਂ ਨੂੰ ਇੱਥੋਂ ਭੇਜਣ, ਜਾਂ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਡਰ ਪੈਦਾ ਹੋ ਜਾਂਦੇ ਕਿ ਇੱਕ ਬੇਗਾਨੇ ਮੁਲਕ ਦੇ ਵਿੱਚ ਕੁੜੀਆਂ ਕੀ ਕਰਦੀਆਂ। ਉਹਨਾਂ ਮਾਪਿਆਂ ਨੂੰ ਤੁਸੀਂ ਇੱਕ ਕੁੜੀ ਨੂੰ ਇੱਥੇ ਆਏ ਹੋ, ਮਿਹਨਤ ਕਰਦੇ ਹੋ, ਕੀ ਕਹਿਣਾ ਚਾਹੋਗੇ? ਮੈਨੂੰ ਇੱਥੇ ਆਈ ਨੂੰ 6 ਸਾਲ ਹੋ ਗਏ ਆ, ਐਂਡ ਜੋ ਐਕਸਪੀਰੀਅੰਸਿਸ ਮੈਂ ਦੇਖਿਆ, ਜੋ ਆਪਦੇ ਨਾਲ ਦਿਆਂ ਦੀ ਆਪਦੇ ਫਰੈਂਡ ਸਰਕਲ ਦੇ ਵਿੱਚ ਚੀਜ਼ ਦੇਖੀ ਆ, ਜੇ ਤੁਸੀਂ ਆਪ ਸਹੀ ਚੱਲ ਰਹੇ ਹੋ, ਤੁਹਾਨੂੰ ਪਿੱਛੋਂ ਫੈਮਿਲੀ ਦੀ ਸਪੋਰਟ ਮਿਲ ਰਹੀ ਆ। ਫਾਈਨੈਂਸ਼ੀਅਲੀ ਨਹੀਂ ਮੈਂ ਕਹਿੰਦੀ, ਜੇ ਤੁਹਾਨੂੰ ਮੈਂਟਲੀ ਫੈਮਿਲੀ ਸਪੋਰਟ ਕਰ ਰਹੀ ਹੈ, ਇਮੋਸ਼ਨਲੀ ਫੈਮਿਲੀ ਤੁਹਾਡੇ ਨਾਲ ਆ ਕਿ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ, ਇੱਥੇ ਆ ਕੇ ਕੁੜੀਆਂ ਵੱਧ ਜ਼ਿੰਮੇਵਾਰ ਬਣ ਜਾਂਦੀਆਂ। ਉਹਨਾਂ 'ਤੇ ਆਪਦੇ 'ਤੇ ਵੱਧ ਜ਼ਿੰਮੇਵਾਰੀ ਹੁੰਦੀ ਹੈ, ਉਹ ਜ਼ਿਆਦਾ ਰਿਸਪੌਂਸੀਬਲ ਹੁੰਦੀਆਂ, ਜ਼ਿਆਦਾ ਰਿਸਪੌਂਸੀਬਲੀ ਐਕਟ ਕਰਦੀਆਂ। ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈਗੀ। ਇੱਥੇ ਬਹੁਤ ਕੁੜੀਆਂ ਜੋ ਕੰਮ ਕਰਦੀਆਂ, ਦਿਨ ਰਾਤ ਕੰਮ ਕਰਦੀਆਂ। ਇੱਥੇ ਸੁਬਾਹ ਰਾਤ ਦੀਆਂ ਸ਼ਿਫਟਾਂ ਵੀ ਹੁੰਦੀਆਂ, ਸੁਬਾਹ ਦੀਆਂ ਸ਼ਿਫਟਾਂ ਹੁੰਦੀਆਂ। ਸੋ ਜਿਹੜਾ ਉਹ ਡਰ ਬੈਠਿਆ ਹੋਇਆ ਮਾਂ ਪਿਓ ਦੇ ਮਨ ਦੇ ਵਿੱਚ, ਆਈ ਗੈਸ ਉਹ ਕਿਤੇ ਵੀ ਹੋਣਾ ਨਹੀਂ ਚਾਹੀਦਾ। ਆਪਣੀ ਕਮਿਊਨਿਟੀ ਇੱਥੇ ਹੈਗੀ ਹੈ, ਬਹੁਤ ਸਪੋਰਟ ਕਰਨ ਵਾਲੀ ਵੀ ਕਮਿਊਨਿਟੀ ਨਾਲ ਖੜੀ ਹੈ ਜੋ ਬਹੁਤ ਹੈਲਪ ਕਰਦੀ ਆ। ਐਵੇਂ ਦੇ ਬਹੁਤ ਮਾੜੇ ਸਾਰੀ ਕਮਿਊਨਿਟੀਜ਼ ਦੇ ਵਿੱਚ ਹੁੰਦੇ ਆ, ਪਰ ਆਪਣੀ ਇੱਥੋਂ ਬਹੁਤ ਵੱਡੀ ਕਮਿਊਨਿਟੀ ਆ ਜਿਹੜੇ ਕਿ ਸਪੋਰਟ ਵੀ ਬਹੁਤ ਕਰਦੇ ਆ। ਸੋ ਉਹਨਾਂ ਨੂੰ ਕਿਤੇ ਵੀ ਡਰਨ ਦੀ ਲੋੜ ਨਹੀਂ ਹੈਗੀ। ਤੁਸੀਂ ਜਦੋਂ ਆਏ ਸੀ ਇੱਕ ਕੈਨੇਡਾ ਤੁਹਾਨੂੰ ਦਿਸਦਾ ਸੀ ਜਿਹੜਾ ਦੱਸਿਆ ਗਿਆ ਸੀ ਉੱਥੇ, ਫਿਰ ਇੱਕ ਇੱਥੇ ਦੀ ਰਿਐਲਿਟੀ ਸੀ, ਕਿੰਨਾ ਕੁ ਫਰਕ ਸੀ? ਫਰਕ ਤਾਂ ਸੀ। ਉੱਥੋਂ ਜਦੋਂ ਆਪਾਂ ਆਪਣਾ ਦਿਮਾਗ ਆਪਣਾ ਮੈਂਟਲੀ ਪ੍ਰੀਪੇਅਰ ਕਰਕੇ ਆਉਂਦੇ, ਆਪਾਂ ਸੋਚਦੇ ਹਾਂ ਕਿ ਥੋੜ੍ਹੀ ਈਜ਼ੀ ਲਾਈਫ ਹੋਊਗੀ, ਆਵਾਂਗੇ ਪੜ੍ਹਾਂਗੇ ਜਿੱਦਾਂ ਇੰਡੀਆ ਹੈ ਉੱਦਾਂ ਪੜ੍ਹਾਂਗੇ, 20 ਘੰਟੇ ਕੰਮ ਕਰਾਂਗੇ। ਪਰ ਜਦੋਂ ਇੱਥੇ ਰਿਐਲਿਟੀ ਆਉਂਦੀ ਹੈ, ਰਿਐਲਿਟੀ ਦੇ ਵਿੱਚ ਆਪਾਂ ਰਿਸਪੋਂਸੀਬਿਲਿਟੀਜ਼ ਵੀ ਆ, ਪਿੱਛੇ ਦੀ ਫੈਮਿਲੀ ਦੀਆਂ ਵੀ ਰਿਸਪੋਂਸੀਬਿਲਿਟੀਜ਼ ਹੁੰਦੀਆਂ ਕਈਆਂ ਨੂੰ। ਫਿਰ ਇੱਥੇ ਆ ਕੇ ਤੁਹਾਨੂੰ ਪੜ੍ਹਾਈ ਵੀ ਮੈਨੇਜ ਕਰਨੀ, ਤੁਸੀਂ ਅਸਾਈਨਮੈਂਟਸ ਵੀ ਕਰਨੇ, ਤੁਸੀਂ ਕੰਮ 'ਤੇ ਵੀ ਕਈ ਵਾਰ ਕੰਮ 'ਤੇ ਆ ਤੁਹਾਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ, ਵੀ ਤੁਹਾਡੇ ਇੰਪਲੋਇਰ ਨੂੰ ਜ਼ਰੂਰਤ ਹੈ। ਡਿਫਰੈਂਟ ਤਾਂ ਹੈਗਾ ਹੈ, ਪਰ ਉਹ ਚੈਲੰਜਿਸ ਲਈ ਉਹੀ ਚੀਜ਼ ਹੈ, ਤੁਹਾਨੂੰ ਮੈਂਟਲੀ ਪ੍ਰੀਪੇਅਰ ਹੋਣਾ ਪਊਗਾ ਕਿ ਜੇ ਤੁਸੀਂ ਇੱਥੇ ਸੈਟਲ ਹੋਣਾ, ਤੁਹਾਡੇ ਅੱਗੇ ਕੋਈ ਵੀ ਮੁਸੀਬਤ ਆਵੇ, ਯੂ ਹੈਵ ਟੂ ਫਾਈਟ ਫॉर, ਤੁਹਾਨੂੰ ਉਹਦੇ ਲਈ ਲੜਨਾ ਪਊਗਾ, ਤੁਹਾਨੂੰ ਉਹਦੇ ਲਈ ਇੱਥੇ ਮਿਹਨਤ ਕਰਨੀ ਪਊਗੀ। ਸੋ ਔਖੇ ਤਾਂ ਹੈਗੀਆਂ ਪਰ ਨਾਮੁਮਕਿਨ ਨਹੀਂ, ਅਸੀਂ ਸਾਰੇ ਉਸ ਚੀਜ਼ ਤੋਂ ਨਿਕਲੇ ਆ। ਸੋ ਆਈ ਥਿੰਕ ਇਟਸ ਪੋਸੀਬਲ ਹੀਅਰ। ਇੰਨੀ ਜ਼ਿਆਦਾ ਮੁਸ਼ਕਿਲਾਂ ਨਹੀਂ ਹੈਗੀਆਂ ਜਿੰਨੀਆਂ ਆਪਾਂ ਜ਼ਿਆਦਾ ਮਤਲਬ ਹਰਡਲਸ ਸੋਚਦੇ ਹਾਂ, ਉਨੇ ਹਰਡਲਸ ਨਹੀਂ ਆ, ਉਹਦੇ ਤੋਂ ਓਵਰਕਮ ਹੋ ਸਕਦੇ ਆ ਸਾਰੇ। ਜਿਸ ਕਾਰਨ ਜੀ ਇਹ ਬਾਰ-ਬਾਰ ਇਸ ਤਰ੍ਹਾਂ ਦੇ ਰੌਲੇ ਕਿਉਂ ਪੈਂਦੇ ਆ ਸਟੂਡੈਂਟਸ ਦੇ ਬਾਰੇ, ਕਦੇ ਕੋਈ ਇਲਜ਼ਾਮ ਕਦੇ ਕੋਈ ਇਲਜ਼ਾਮ, ਤੁਹਾਡੀ ਆਬਜ਼ਰਵੇਸ਼ਨ ਕੀ ਹੈ? ਤੁਹਾਨੂੰ ਕੀ ਲੱਗਦਾ ਕਿ ਇਹਦੀ ਵਜ੍ਹਾ ਕੀ ਹੈ ਸਾਰੇ ਕੁਛ ਦੀ? ਹਾਂਜੀ ਬਾਈ ਜੀ, ਜੇ ਮੈਂ ਆਪਣੇ ਸਫ਼ਰ ਦੀ ਗੱਲ ਦੱਸਾਂ ਤੁਹਾਨੂੰ, ਹੈ ਨਾ, ਵੀ ਮੈਂ ਜਦੋਂ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ 2016 ਦੇ ਵਿੱਚ ਆਇਆ ਸੀਗਾ ਇੱਥੇ, ਅਤੇ ਮੈਂ ਤਕਰੀਬਨ 2 ਸਾਲਾਂ ਦੇ ਵਿੱਚ ਆਪਣੀ ਪੜ੍ਹਾਈ ਖਤਮ ਕਰ ਲਈ। ਉਸ ਤੋਂ ਬਾਅਦ ਹੁਣ ਵਰਕ ਪਰਮਿਟ 'ਤੇ, ਅਤੇ ਹੁਣ ਮੈਂ ਆਪਣੀ PR ਦੇ ਪ੍ਰੋਸੈਸ ਦੇ ਵਿੱਚ ਹਾਂ। ਬੀਇੰਗ ਐਨ ਇੰਟਰਨੈਸ਼ਨਲ ਸਟੂਡੈਂਟ, ਅਤੇ ਹੁਣ ਜਦੋਂ ਕੰਮ ਵੀ ਕਰ ਰਹੇ ਹਾਂ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਇੱਕ ਔਰਗਨਾਈਜੇਸ਼ਨ ਦੇ ਵਜੋਂ, ਉਦੋਂ ਵੀ ਇਹ ਚੀਜ਼ਾਂ ਦੇਖਦੇ ਹਾਂ ਵੀ ਵਾਰ-ਵਾਰ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਈ ਵਾਰੀ ਇਹ ਕਿਹਾ ਜਾਂਦਾ ਵੀ ਇੰਟਰਨੈਸ਼ਨਲ ਸਟੂਡੈਂਟ ਗੰਦ ਪਾਉਂਦੇ ਨੇ, ਇਹਨਾਂ ਨੂੰ ਬਾਹਰ ਕੱਢ ਦਿਓ, ਇਹਨਾਂ ਨੂੰ ਡਿਪੋਰਟ ਕਰ ਦਿਓ। ਅਸੀਂ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਹਾਂ ਵੀ ਇੰਟਰਨੈਸ਼ਨਲ ਸਟੂਡੈਂਟ ਜਾਂ ਅੰਤਰਰਾਸ਼ਟਰੀ ਵਿਦਿਆਰਥੀ ਕੋਈ ਇੱਕ ਕੋਟਾ ਨਹੀਂ ਹੈਗਾ, ਕੋਈ ਇੱਕ ਵੱਖਰੀ ਕੌਮ ਨਹੀਂ ਹੈਗੀ, ਹੈ ਨਾ। ਆਪਣੇ ਪੰਜਾਬੀ ਮੁੰਡੇ ਕੁੜੀਆਂ ਹੀ ਨੇ ਜਿਹੜੇ ਐਲੀਜੀਬਲ ਹੁੰਦੇ ਨੇ। ਕੈਨੇਡਾ ਸਰਕਾਰ ਦੁਆਰਾ ਇੱਕ ਪ੍ਰੋਗਰਾਮ ਚਲਾਇਆ ਗਿਆ ਇੰਟਰਨੈਸ਼ਨਲ ਸਟੂਡੈਂਟਸ ਦਾ, ਜਿਹਦੇ ਰਾਹੀਂ ਜਿਹੜੇ ਬੰਦੇ ਐਲੀਜੀਬਲ ਹੁੰਦੇ ਨੇ ਉਹ ਕੈਨੇਡਾ ਨੂੰ ਮਾਈਗ੍ਰੇਟ ਕਰਦੇ ਨੇ। ਉਹਨਾਂ ਦੇ ਵਿੱਚ ਹੁਣ ਪੰਜਾਬ ਤੋਂ ਵੀ ਬਹੁਤ ਬੰਦੇ ਆ ਰਹੇ ਨੇ, ਆਪਣੇ ਪੰਜਾਬੀ ਮੁੰਡੇ ਕੁੜੀਆਂ ਆਪਣੇ ਪਿੰਡਾਂ ਤੋਂ ਆ ਰਹੇ ਨੇ, ਅਤੇ ਜਿਹੜੇ ਬੰਦੇ ਐਲੀਜੀਬਲ ਹੋ ਜਾਂਦੇ ਨੇ ਉਹ। ਹੁਣ ਜਦੋਂ ਗੱਲ ਕਰਦੇ ਹਾਂ ਵਾਰ-ਵਾਰ ਇਹੋ ਜਿਹੀ ਚੀਜ਼ ਹੁੰਦੀ ਆ, ਅਸੀਂ ਇੱਕ ਨਾ ਟੀਮ ਵੀ ਕੇਅਰ ਦੇ ਵਿੱਚ ਇੱਕ ਕੈਂਪੇਨ ਚਲਾਇਆ ਸੀਗਾ। ਉਸ ਕੈਂਪੇਨ ਦੇ ਵਿੱਚ ਅਸੀਂ ਕਮਿਊਨਿਟੀ ਤੋਂ ਜਾਣਨਾ ਚਾਹਿਆ ਵੀ ਉਹ
ਅੰਤਰਰਾਸ਼ਟਰੀ ਸਟੂਡੈਂਟ ਕੁੜੀਆਂ ਬਾਰੇ ਕੀ ਸੋਚਦੇ ਨੇ। ਉਹਨਾਂ ਦੇ ਵੱਲੋਂ ਜਿਹੜੇ ਰਿਵਿਊ ਆਏ ਉਹਨਾਂ ਵੱਲੋਂ ਅਸੀਂ ਸਿੰਪਲ ਇਹੀ ਕੁਐਸਚਨ ਪੁੱਛਦੇ ਸੀ, ਤੁਸੀਂ ਇੰਟਰਨੈਸ਼ਨਲ ਸਟੂਡੈਂਟ ਕੁੜੀਆਂ ਬਾਰੇ ਕੀ ਸੋਚਦੇ ਹੋ। ਉਹਨਾਂ ਦਾ ਇਹੀ ਰਿਵਿਊ ਹੁੰਦਾ ਸੀ ਵੀ ਜਿਹੜੀਆਂ ਕੁੜੀਆਂ ਨੇ ਸਾਡੀਆਂ ਆਪਣੀਆਂ ਧੀਆਂ ਨੇ, ਇਹ ਪੰਜਾਬ ਤੋਂ ਆਉਂਦੀਆਂ ਨੇ, ਮਿਹਨਤੀ ਨੇ, ਸਾਰੀਆਂ 2-2 ਸ਼ਿਫਟਾਂ ਕਰਕੇ ਕੰਮ ਕਰਦੀਆਂ, ਠੰਡ ਹੋਵੇ ਗਰਮੀ ਹੋਵੇ ਚਾਹੇ ਕਿਵੇਂ ਵੀ ਹੋਵੇ, ਇਹ ਪੂਰਾ ਹਾਰਡ ਵਰਕ ਕਰਦੀਆਂ ਨੇ। ਸੋ ਜਦੋਂ ਗੱਲ ਆ ਜਾਂਦੀ ਹੈ ਵੀ ਇਹੋ ਜਿਹੀ ਚੀਜ਼ ਫੇਰ ਮੁੜ ਕੇ ਕਿਉਂ ਮੁੱਦਾ ਉੱਠਦਾ, ਜਦੋਂ ਕਿ ਕਮਿਊਨਿਟੀ ਦੇ ਦੋਨੇ ਪਾਸੇ ਤਾਂ ਇਹ ਕਹਿ ਰਹੇ ਨੇ ਵੀ ਅਸੀਂ ਹਾਂ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਕੰਮ ਕਰਨ ਵਾਲੇ ਹਾਂ। ਕੁਛ ਕੁ % ਜਿਹੜੀ ਆਪਾਂ ਗੱਲ ਕਰਦੇ ਨਾ ਵੀ ਹਰੇਕ ਕਮਿਊਨਿਟੀ ਦੇ ਵਿੱਚ ਹਰ ਤਰ੍ਹਾਂ ਦੇ ਆਨਸਰ ਹੁੰਦੇ ਨੇ, ਉਹੀ ਆਨਸਰ ਨੇ ਜਿਹੜੇ ਆਪਦੀ TRP ਆਪਦੇ ਆਪ ਨੂੰ ਸੈਂਸੇਸ਼ਨਲਾਈਜ਼ ਕਰਨ ਵਾਸਤੇ ਇੱਕ ਤੜਕਵੀਆਂ ਭੜਕਵੀਆਂ ਹੈਡਲਾਈਨਸ ਲਾ ਕੇ ਖਬਰ ਪਾ ਦਿੰਦੇ ਨੇ। ਹੁਣ ਸੋਸ਼ਲ ਮੀਡੀਆ ਜਾਂ ਆਨਲਾਈਨ ਪੋਰਟਲ ਇੰਨੇ ਕੁ ਤੇਜ਼ ਨੇ ਵੀ ਹਰੇਕ ਕੋਲੇ 1 ਮਿੰਟ ਦੇ ਵਿੱਚ ਖਬਰ ਪਹੁੰਚ ਜਾਂਦੀ ਆ। ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ ਹੈ ਕੈਨੇਡਾ ਦੇ ਵਿੱਚ ਕੋਈ ਨਵਾਂ ਰੂਲ ਆਇਆ ਜਾਂ ਕੋਈ ਨਵੀਂ ਚੀਜ਼ ਹੋਈ ਆ, ਸਾਡੇ ਘਰ ਦੇ ਸਾਨੂੰ ਫੋਨ ਕਰਕੇ ਦੱਸ ਦਿੰਦੇ ਨੇ ਵੀ ਆਹ ਨਵੀਂ ਚੀਜ਼ ਆਈ ਆ, ਵੀ ਇਹ ਨਵਾਂ ਰੂਲ ਆ ਰਿਹਾ ਕੋਈ, ਹੈ ਨਾ। ਕਈ ਵਾਰੀ ਇਹ ਵੀ ਕਹਿ ਦਿੰਦੇ ਨੇ ਵੀ ਟੈਕਸ ਭਰਨਾ ਸੌਖਾ ਹੋ ਗਿਆ, ਹੈ ਨਾ। ਐਵੇਂ ਇਹੋ ਜਿਹੀਆਂ ਖਬਰਾਂ ਵੀ ਉਹਨਾਂ ਤੱਕ ਪਹੁੰਚ ਜਾਂਦੀਆਂ ਨੇ। ਜਿਹੜੀ ਬੇਸਿਕ ਗੱਲਾਂ ਤੇ ਵੱਡੀਆਂ ਖਬਰਾਂ ਤਾਂ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਸੈਂਸੇਸ਼ਨਲਾਈਜ਼ ਕਰਕੇ ਜਦੋਂ ਪਹੁੰਚਦੀਆਂ ਨੇ ਫਿਰ ਉਹ ਅੱਗੇ ਸ਼ੇਅਰ ਹੁੰਦੀਆਂ ਨੇ ਚੀਜ਼ਾਂ। ਫਿਰ ਵਹਾ ਦੇ ਵਿੱਚ ਵਹਿਣ ਵਾਲੇ ਜਿਹੜੇ ਹੁੰਦੇ ਨੇ ਨਾ ਆਪਣੇ ਕਮਿਊਨਿਟੀ ਦੇ ਹੋਰ ਜਿੰਨੇ ਵੀ ਬੰਦੇ ਹੈਗੇ ਨੇ, ਉਹ ਸਾਰੇ ਇੱਕ ਪਾਸੇ ਨੂੰ ਹੋ ਜਾਂਦੇ ਨੇ ਵੀ ਹਾਂ ਕੁੜੀਆਂ ਐਵੇਂ ਕਰਦੀਆਂ ਨੇ। ਉਹ ਚੀਜ਼ਾਂ ਨੂੰ ਪਰਸੀਵ ਇਸ ਤਰੀਕੇ ਨਾਲ ਕੀਤਾ ਜਾਂਦਾ, ਉਹਨਾਂ ਦਾ ਪਰਸੈਪਸ਼ਨ ਐਵੇਂ ਬਣ ਜਾਂਦਾ। ਜਾਂ ਜਿਵੇਂ ਆਪਾਂ ਕਹੀਏ ਮੀਡੀਆ ਦਾ ਇਸ ਚੀਜ਼ ਦੇ ਵਿੱਚ ਵੀ ਵੱਡਾ ਰੋਲ ਹੋ ਜਾਂਦਾ। ਮੀਡੀਆ ਅਗੇਨ ਸਾਰੇ ਅਦਾਰੇ ਮਾੜੇ ਨਹੀਂ ਹੈਗੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੀ ਗੱਲ ਸਾਨੂੰ ਰੱਖਣ ਵਾਸਤੇ ਇੱਥੇ ਬੁਲਾਇਆ। ਪਰ ਹੋਰ ਕਿੰਨੇ ਇਹੋ ਜਿਹੇ ਮੀਡੀਆ ਅਦਾਰੇ ਨੇ ਜਿਹੜੇ ਆਪਦੀ TRP ਵਾਸਤੇ, ਆਪਦੇ ਆਪ ਨੂੰ ਸੈਂਸੇਸ਼ਨਲਾਈਜ਼ ਕਰਨ ਵਾਸਤੇ ਅੱਗੇ ਦੀ ਅੱਗੇ ਉਹੋ ਜਿਹੀ ਤੜਕਵੀਂ ਭੜਕਵੀਂ ਖਬਰ ਸ਼ੇਅਰ ਕਰ ਦਿੰਦੇ ਨੇ। ਉਹਨੂੰ ਅੱਗੇ ਜਿਵੇਂ ਹੁਣ ਇਸ ਖਬਰ ਦੇ ਵਿੱਚ ਜੇ ਆਪਾਂ ਗੱਲ ਕਰੀਏ, ਕੁਛ ਇਹੋ ਜਿਹੀਆਂ ਪਰਸਨੈਲਿਟੀ ਸੀਗੀਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬੈਠੇ ਨੇ ਆਪਦੀ ਸੈਂਸੇਸ਼ਨਲਾਈਜ਼ ਕਰਨ ਵਾਸਤੇ, ਆਪਦੇ ਆਪ ਨੂੰ ਪਬਲਿਸਾਈਜ਼ ਕਰਨ ਵਾਸਤੇ ਫੇਸਬੁੱਕ ਦੇ ਉੱਤੇ ਲਾਈਵ ਹੋ ਗਏ। ਬੇਲੋੜੀ ਉਹ ਲਾਈਵ ਸੀਗੀ, ਹੈ ਨਾ। ਉਹਦੇ ਵਿੱਚ ਕੋਈ ਜਿਹੜੀ ਪਿੱਛੇ ਪੜਚੋਲ ਨਹੀਂ ਹੋਈ ਹੈਗੀ ਵੀ ਕਿੰਨੇ ਕੁ ਤੱਥ ਨੇ ਕਿੰਨੇ ਕੁ ਨਹੀਂ। ਸਾਰੀ ਇਹੀ ਕਹਿੰਦੇ ਨੇ ਹਾਂ ਇੱਕ ਰਿਪੋਰਟ ਆਈ ਆ, ਪਰ ਉਹ ਰਿਪੋਰਟ ਕਿੱਥੇ, ਹਵਾ 'ਚ। ਉਹ ਰਿਪੋਰਟ ਕਿਤੇ ਵੀ ਨਹੀਂ ਹੈਗੀ। ਉਹ ਰਿਪੋਰਟ ਦੇ ਵਿੱਚ ਜਦੋਂ ਆਪਾਂ ਰਿਪੋਰਟ ਦੇਖਦੇ ਹਾਂ, ਰਿਪੋਰਟ ਦੇ ਵਿੱਚ ਕੀ ਕਹਿੰਦੇ ਨੇ, ਮੈਨੀ ਆਫ ਦਾ ਸਟੂਡੈਂਟਸ, ਮੋਸਟ ਆਫ ਦਾ ਸਟੂਡੈਂਟਸ, ਨਿਊਮਰਸ ਨੰਬਰ ਆਫ ਦਾ ਸਟੂਡੈਂਟਸ। ਮਤਲਬ ਨੰਬਰ ਕੀ ਆ, ਨੰਬਰ ਕੁਛ ਵੀ ਨਹੀਂ। ਉਹ ਨੰਬਰ ਦਾ ਪਤਾ ਹੀ ਨਹੀਂ ਹੈਗਾ ਕਿੰਨਾ ਕੁ। ਜੇ ਪ੍ਰੋਬਲਮ ਹੈਗੀ ਆ ਇਹ ਇਹੋ ਜਿਹੀ ਜਾਂ ਕੋਈ ਵੀ ਹੋਰ ਪ੍ਰੋਬਲਮ ਹੁੰਦੀ ਆ, ਜਦੋਂ ਆਪਾਂ ਲੜਾਈ ਦੀ ਗੱਲ ਕਰਦੇ ਹਾਂ, ਇੰਟਰਨੈਸ਼ਨਲ ਸਟੂਡੈਂਟਸ ਦੀ ਲੜਾਈ ਹੋਈਆਂ ਨੇ ਪਿੱਛੇ, ਆਪਾਂ ਨੂੰ ਵੀ ਪਤਾ, ਆਪਾਂ ਵੀਡੀਓਜ਼ ਦੇਖਦੇ ਹਾਂ, ਉਹ ਚੀਜ਼ਾਂ ਹੋਈਆਂ ਨੇ ਕਮਿਊਨਿਟੀ ਦੇ ਵਿੱਚ। ਉੱਥੇ ਲਾਅ ਆਫ ਦਾ ਲੈਂਡ ਲਾਗੂ ਹੋਵੇ, ਹਰ ਹਾਲਤ 'ਚ ਲਾਗੂ ਹੋਣਾ ਚਾਹੀਦਾ। ਪਰ ਜਦੋਂ ਅਸੀਂ ਇੱਕੋ ਰੱਸੇ ਨਾਲ ਸਾਰਿਆਂ ਨੂੰ ਬੰਨ੍ਹ ਦਿੰਦੇ ਹਾਂ, ਉਹ ਗਲਤ ਚੀਜ਼ ਹੈ। ਸਾਨੂੰ ਇੱਕ ਦੱਸਿਓ ਕਿ ਜਦੋਂ ਪੰਜਾਬ ਤੋਂ ਜਿਹੜੇ ਮਾਪੇ ਹੁੰਦੇ, ਬੱਚੇ ਇੱਥੇ ਆਉਂਦੇ, ਉਹਨਾਂ ਦੇ ਮਾਪੇ ਕਈ ਵਾਰੀ ਇਸ ਗੱਲ ਤੋਂ ਡਰਦੇ ਆ ਵੀ ਇੱਥੇ ਕੁੜੀਆਂ ਮੁੰਡੇ ਆ ਕੇ ਜ਼ਿਆਦਾ ਖੁੱਲ੍ਹ ਜਾਂਦੇ ਆ, ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਉੱਤੇ, ਅੱਲੜ ਉਮਰ ਹੁੰਦੀ ਹੈ। ਤੁਹਾਡਾ ਕੀ ਤਜਰਬਾ ਜਾਂ ਅਨੁਭਵ ਆ, ਤੁਸੀਂ ਕੀ ਓਬਜ਼ਰਵ ਕੀਤਾ ਕਿ ਇਹਦੇ ਵਿੱਚੋਂ ਕੀ ਹੁੰਦਾ? ਜੀ, ਸੋ ਜਿੰਨੇ ਵੀ ਇੱਥੇ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਨ ਆਉਂਦੇ ਆ, ਉਹ ਸਾਰਿਆਂ ਦੀ ਵੱਖੋ ਵੱਖਰੀ ਉਮਰ ਹੈ। ਕੁਛ ਕੁ 12ਵੀਂ ਤੋਂ ਬਾਅਦ ਆਉਂਦੇ ਆ 17, 18, 19 ਸਾਲ ਦੀ ਉਮਰ ਦੇ ਵਿੱਚ। ਕੁਝ ਉਹ ਤੋਂ ਡਿਗਰੀ ਜਾਂ ਮਾਸਟਰ ਡਿਗਰੀ ਕਰਕੇ ਵੀ ਆਉਂਦੇ ਜਿਹੜੇ ਕਿ ਮਿਡ 20s ਦੇ ਵਿੱਚ ਨਾ 23, 24, 25 ਸਾਲ ਦੀ ਉਮਰ ਦੇ ਵਿੱਚ ਆਉਂਦੇ ਆ। ਤਾਂ ਉਹਨਾਂ ਦੇ ਤਜਰਬਿਆਂ 'ਚ ਫਰਕ ਹੁੰਦਾ। ਜਿਨ੍ਹਾਂ ਨੇ ਪਹਿਲਾਂ ਬਾਹਰ ਰਹੇ ਹੁੰਦੇ, ਜਿਵੇਂ ਹੋਸਟਲਾਂ 'ਚ ਰਹਿ ਲਿਆ ਹੈ ਨਾ, ਜਾਂ ਸ਼ਹਿਰ ਦੀ ਜ਼ਿੰਦਗੀ ਵੇਖ ਲਈ ਹੈ, ਤਾਂ ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਪਤਾ ਹੁੰਦਾ, ਚੰਗੇ ਮਾੜੇ ਤਜਰਬੇ ਪਹਿਲਾਂ ਹੋਏ ਵੇ ਹੁੰਦੇ ਆ। ਪਰ ਜਦੋਂ ਕੋਈ ਵੀ ਬੱਚਾ, ਜਿਵੇਂ ਅਸੀਂ ਆਮ ਤੌਰ ਦੇ ਉੱਤੇ ਗੱਲ ਕਰਦੇ ਹੁੰਦੇ ਹਾਂ, ਖਾਸ ਤੌਰ ਦੇ ਉੱਤੇ ਕੁੜੀਆਂ ਦੇ ਲਈ, ਵੀ ਕੁੜੀਆਂ ਨੂੰ ਜਦੋਂ ਉੱਥੇ ਕਿਸੇ ਪਿੰਡ ਦੀ ਕੁੜੀ ਨੇ ਸ਼ਹਿਰ ਆਇਲਸ ਵੀ ਕਰਨ ਜਦੋਂ ਜਾਂਦੀ ਹੈ, ਤਾਂ ਉਹਦੇ ਫਾਦਰ ਸਾਹਿਬ ਜਾਂ ਉਹਨਾਂ ਦੇ ਫੈਮਿਲੀ 'ਚੋਂ ਕੋਈ ਉਹਨਾਂ ਨੂੰ ਪਹਿਲਾਂ ਬੱਸ ਸਟੈਂਡ 'ਤੇ ਜਾ ਕੇ ਛੱਡ ਕੇ ਆਉਂਦਾ, ਅਤੇ ਉਸ ਤੋਂ ਬਾਅਦ ਇੱਥੇ ਆ ਕੇ ਸਾਰਾ ਕੁਝ ਖੁਦ ਬ ਖੁਦ ਕਰਨਾ, ਹੈ ਨਾ, ਸਾਰੀਆਂ ਚੀਜ਼ਾਂ ਖੁਦ ਅਰੇਂਜ ਕਰਨੀਆਂ। ਤਾਂ ਉੱਥੇ ਉਹਨਾਂ ਨੂੰ ਉਹ ਬਹੁਤ ਹੱਦ ਤੱਕ, ਵੱਡੇ ਹੱਦ ਤੱਕ ਉਹਨਾਂ ਨੂੰ ਜ਼ਿੰਮੇਵਾਰ ਵੀ ਬਣਾਉਂਦਾ। ਪਰ ਐਟ ਦੀ ਸੇਮ ਟਾਈਮ, ਕਿਉਂਕਿ ਉਹਨਾਂ ਨੂੰ ਚੀਜ਼ਾਂ ਦੇ ਤਜਰਬੇ ਨਹੀਂ ਕੀਤੇ ਹੁੰਦੇ, ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਇੱਕ ਵਾਰੀ ਆਪਣੀ ਸ਼ਾਇਦ ਜ਼ਿੰਦਗੀ ਜਿਉਂ ਕੇ ਦੇਖ ਲਈਏ। ਕਿਉਂਕਿ ਜਿਹੜਾ ਸਾਡਾ ਸੋਸ਼ਲ ਮੀਡੀਆ ਦਾ ਸਰਕਲ ਆ, ਜਾਂ ਜਦੋਂ ਅਸੀਂ ਆਸੇ ਪਾਸੇ ਦੇਖਦੇ ਹਾਂ ਕਿ ਸਾਰੇ ਤਾਂ ਬਹੁਤ ਫਨ ਕਰ ਰਹੇ, ਇੰਜੋਏ ਕਰ ਰਹੇ, ਅਸੀਂ ਕਿਉਂ ਨਹੀਂ ਕਰ ਸਕਦੇ, ਹੈ ਨਾ। ਤਾਂ ਫਿਰ ਉਹਨਾਂ ਨੂੰ ਲੱਗਦਾ ਕਿ ਅਸੀਂ ਸ਼ਾਪਿੰਗ ਕਰ ਸਕਦੇ ਹਾਂ। ਤਾਂ ਉੱਥੇ ਹੀ ਜਿਹੜੀ ਜ਼ਿੰਦਗੀ ਆ, ਉੱਥੇ ਉਹ ਜਿਹੜੀ ਸੀ ਪੈੜ ਨੱਪਣੀ ਆ, ਉਹ ਇੱਕ ਪਾਸੇ ਨੂੰ ਤੁਰ ਪੈਂਦੀ ਹੈ। ਜਿਹੜੇ ਤਾਂ ਉੱਥੇ ਆਪਣੀਆਂ ਸੇਵਿੰਗਸ ਸ਼ੁਰੂ ਕਰ ਲੈਂਦੇ ਆ, ਉਹਨਾਂ ਨੂੰ ਉਸ ਚੀਜ਼ ਦੀ ਪਤਾ ਲੱਗ ਜਾਂਦਾ ਕਿ ਫਾਈਨੈਂਸਿਸ ਨੂੰ ਕਿਵੇਂ ਕੰਟਰੋਲ ਕਰਨਾ, ਉੱਧਰਲੇ ਰਾਹ ਨੂੰ ਤੁਰ ਪੈਂਦੇ ਆ। ਅਤੇ ਕੁਛ ਕੁ ਜਿਹਨਾਂ ਨੂੰ ਲੱਗਦਾ ਕਿ ਅਸੀਂ ਜੇ ਆਪਣੀ ਜ਼ਿੰਦਗੀ ਪਹਿਲਾਂ ਫਨ ਕਰ ਲਈਏ, ਚੀਜ਼ਾਂ ਦਾ ਨਾਲ ਨਾਲ ਚੱਲਦੀਆਂ ਰਹਿਣਗੀਆਂ। ਦੋਨਾਂ ਦੇ ਸਹੀ ਅਤੇ ਗਲਤ ਪੱਖ ਹੋ ਸਕਦੇ ਆ। ਕਿਉਂਕਿ ਜਦੋਂ ਮੈਂ ਵੀ 18, 19 ਸਾਲਾਂ ਦਾ ਸੀਗਾ, ਤਾਂ ਸਾਡੇ ਆਪਣੇ ਤਜਰਬੇ ਸੀਗੇ ਕਿ ਜੇ ਅਸੀਂ ਆਹ ਕਰ ਲਿਆ ਤਾਂ ਸਾਡੀ ਜ਼ਿੰਦਗੀ ਦੀ ਮੌਜ ਹੋ ਜੂ, ਹੈ ਨਾ। ਤਾਂ ਸਾਰੇ ਅਲੱਗ-ਅਲੱਗ ਤਜਰਬਿਆਂ ਦੇ ਵਿੱਚੋਂ ਲੰਘ ਕੇ ਅਖੀਰ ਨੂੰ ਜਿੱਥੇ ਅਸੀਂ ਜਾ ਕੇ ਦੇਖੀਏ, ਜਦੋਂ ਨੂੰ ਪੜ੍ਹਾਈ ਪੂਰੀ ਹੁੰਦੀ ਆ, PR ਵਾਲੇ ਰਾਹ ਨੂੰ ਪੈਂਦੇ, ਤਾਂ ਉਹ ਜ਼ਿੰਮੇਵਾਰ ਨਾਗਰਿਕ ਦੇ ਤੌਰ 'ਤੇ ਜਿਹੜਾ ਹੈਗਾ ਬਾਹਰ ਬਣ ਕੇ ਨਿਕਲਦੇ ਆ ਜੀ। ਇੱਕ ਹੋਰ ਮਾਮਲਾ ਕੈਨੇਡਾ ਦੇ ਵਿੱਚ ਇਸ ਵੇਲੇ ਚਰਚਾ ਦੇ ਵਿੱਚ ਆਇਆ। ਕੈਨੇਡਾ ਇੱਕ ਮਲਟੀਕਲਚਰਲ ਦੇਸ਼ ਆ, ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ। ਇੱਥੇ ਇੱਕ ਹਿੰਦੂ ਧਰਮ ਦੇ ਕੁਝ ਲੋਕਾਂ ਨੇ ਇਸ ਮੁੱਦੇ ਨੂੰ ਸਾਹਮਣੇ ਲਿਆਂਦਾ ਕਿ ਇੱਕ ਆਨਲਾਈਨ ਬਿਜ਼ਨਸ ਚੱਲਦਾ, ਉਸ ਬਿਜ਼ਨਸ ਦੇ ਵਿੱਚ ਭਗਵਾਨ ਗਣੇਸ਼ ਦੀ ਜਿਹੜੀ ਤਸਵੀਰ ਆ ਉਹਨੂੰ ਗਲਤ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ। ਉਹਨਾਂ ਨੇ ਅਪੀਲ ਕੀਤੀ ਹੈ ਪਰ ਉਹਨੂੰ ਹਟਾਉਣ ਦੇ ਲਈ ਤਿਆਰ ਨਹੀਂ।
ਇਹ ਬਿਜ਼ਨਸ ਦੇ ਉੱਤੇ ਇੱਕ ਪਟੀਸ਼ਨ ਵੀ ਚੱਲ ਰਹੀ ਹੈ ਇਸ ਵੇਲੇ ਕਿ ਉਸ ਬਿਜ਼ਨਸ ਨੂੰ ਬੰਦ ਕੀਤਾ ਜਾਵੇ, ਜਿਹੜੀ ਕਿ ਹਿੰਦੂ ਕਮਿਊਨਿਟੀ ਦੇ ਲਈ ਇੱਕ ਆਬਜੈਕਸ਼ਨੇਬਲ ਚੀਜ਼ ਆ, ਉਹਨਾਂ ਦੀਆਂ ਭਾਵਨਾਵਾਂ ਨੂੰ ਇਹਦੇ ਨਾਲ ਠੇਸ ਪਹੁੰਚਦੀ ਆ। ਇਹ ਇੱਕ ਆਰਗੇਨਾਈਜੇਸ਼ਨ ਜਿਹੜੀ ਦੱਸਿਆ ਜਾ ਰਿਹਾ ਕਿ ਬਿਗ ਡਿਕ એનર્ਜੀ ਕੋਚਿੰਗ ਨਾਂ ਦੀ ਇੱਕ ਵੈਬਸਾਈਟ ਆ, ਜਿਹੜੀ ਭਗਵਾਨ ਗਣੇਸ਼ ਦੀ ਉਸ ਤਸਵੀਰ ਨੂੰ ਤੇ ਨਾਂ ਨੂੰ ਉਹਦੇ ਉੱਤੇ ਵਰਤ ਰਹੇ ਆ। ਉਹਦੇ ਮਾਮਲਾ ਕੀ ਆ, ਇਹਦੇ ਸੰਬੰਧੀ ਕੀ ਕੀਤਾ ਜਾ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ, ਵਿਨੇ ਸ਼ਰਮਾ ਜੀ ਦੇ ਨਾਲ ਅਸੀਂ ਖਾਸ ਗੱਲਬਾਤ ਕੀਤੀ, ਆਓ ਸੁਣਦੇ ਹਾਂ। ਕੈਨੇਡਾ ਇੱਕ ਮਲਟੀਕਲਚਰਲ ਦੇਸ਼ ਹੈ। ਇੱਥੇ ਵੱਖ-ਵੱਖ ਸੱਭਿਆਚਾਰਾਂ ਦੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ ਔਰ ਸਾਰੇ ਧਰਮਾਂ ਦਾ, ਸਾਰੇ ਸੱਭਿਆਚਾਰਾਂ ਦਾ ਸਤਿਕਾਰ ਕੀਤਾ ਜਾਂਦਾ। ਇੱਕ ਵੈਬਸਾਈਟ, ਇੱਕ ਆਨਲਾਈਨ ਬਿਜ਼ਨਸ ਸਾਹਮਣੇ ਆਇਆ, ਜਿਸ ਬਿਜ਼ਨਸ ਦੇ ਵਿੱਚ ਹਿੰਦੂ ਧਰਮ ਦੇ ਭਗਵਾਨ ਗਣੇਸ਼ ਦਾ ਨਾਂ ਵਰਤਿਆ ਜਾ ਰਿਹਾ ਗਲਤ ਤਰੀਕੇ ਦੇ ਨਾਲ। ਇੱਕ ਅਡਲਟ ਬਿਜ਼ਨਸ ਜਿਹਨੂੰ ਅਸੀਂ ਕਹਿ ਸਕਦੇ ਹਾਂ, ਕੁਛ ਆਪਣੀਆਂ ਕਾਮੁਕ ਸ਼ਕਤੀਆਂ ਨੂੰ ਵਧਾਉਣ ਜਾਂ ਕੰਟਰੋਲ ਕਰਨ ਵਾਲਾ ਬਿਜ਼ਨਸ, ਜਿਹੜਾ ਸਿਰਫ ਇੱਕ ਆਨਲਾਈਨ ਬਿਜ਼ਨਸ ਆ, ਉਹਦੇ ਵਿੱਚ ਭਗਵਾਨ ਗਣੇਸ਼ ਦਾ ਨਾਂ, ਤਸਵੀਰ ਉਹਨਾਂ ਦਾ ਨਾਲ ਲਾਈ ਜਾ ਰਹੀ ਹੈ, ਜਿਹਦੇ ਉੱਤੇ ਹਿੰਦੂ ਭਾਈਚਾਰੇ ਨੂੰ ਸਖਤ ਇਤਰਾਜ਼ ਆ। ਇਹਦਾ ਸੰਬੰਧ ਕੈਨੇਡਾ ਦੇ ਨਾਲ ਕੀ ਆ? ਉਹਨਾਂ ਦੇ ਦੱਸਣ ਅਨੁਸਾਰ ਕਿ ਇਸ ਬਿਜ਼ਨਸ ਨੂੰ ਸਰੀ ਲੈਂਗਲੀ ਦੇ ਵਿੱਚ ਰਜਿਸਟਰ ਕੀਤਾ ਗਿਆ। ਇੱਥੋਂ ਦੇ ਵਿਅਕਤੀ ਕੋਈ ਇਹਨੂੰ ਚਲਾਉਂਦੇ ਦੱਸੇ ਜਾ ਰਹੇ ਆ। ਇਸ ਸੰਬੰਧੀ ਪਟੀਸ਼ਨ ਵੀ ਦਾਇਰ ਕੀਤੀ ਗਈ ਆ। ਹਿੰਦੂ ਭਾਈਚਾਰੇ ਦੇ ਵਿੱਚ ਖਾਸ ਕਰਕੇ ਇਹਦੇ ਲਈ ਰੋਸ ਵੀ ਆ ਔਰ ਉਹ ਮੰਗ ਕਰ ਰਹੇ ਆ ਕੈਨੇਡਾ ਸਰਕਾਰ ਤੋਂ ਕਿ ਇਸ ਆਨਲਾਈਨ ਬਿਜ਼ਨਸ ਨੂੰ ਬੰਦ ਕੀਤਾ ਜਾਵੇ। ਵਿਨੇ ਸ਼ਰਮਾ ਜੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਵਿਨੇ ਜੀ, ਇਹ ਬਿਜ਼ਨਸ ਇੱਥੋਂ ਚੱਲਦਾ, ਕੋਈ ਦੁਕਾਨ ਆ, ਕੋਈ ਸ਼ਾਪ ਆ, ਜਾਂ ਸਿਰਫ ਆਨਲਾਈਨ ਆ? ਕੀ ਪਤਾ ਲੱਗਿਆ ਜੀ ਇਹਦੇ ਬਾਰੇ? ਜੀ ਇਹ ਬਿਜ਼ਨਸ ਇੱਕ ਆਨਲਾਈਨ ਬਿਜ਼ਨਸ ਹੈ, ਕੋਈ ਦੁਕਾਨ ਨਹੀਂ ਹੈ, ਔਰ ਇੱਕ ਇਹ ਪੋਡਕਾਸਟ ਹੈ ਜਿੱਥੋਂ ਇੰਟਰੈਕਸ਼ਨ ਵੀ ਕੀਤੀ ਜਾ ਸਕਦੀ, ਆਪਸ 'ਚ ਗੱਲਬਾਤ, ਵੀਡੀਓ ਕਾਲਿੰਗ ਐਂਡ ਸੋ ਔਨ। ਤੇ ਜਿਹੜੀ ਵੈਬਸਾਈਟ ਹੈ ਉਹਦੇ ਬਿਲਕੁਲ ਜਦੋਂ ਬਾਟਮ ਤੇ ਸਕਰੋਲ ਕਰਦੇ ਆ ਤੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਉੱਥੇ ਪਿਕਚਰ, ਪ੍ਰਤਿਮਾ ਲਾਈ ਹੋਈ ਆ ਲੋਗੋ ਦੀ ਤਰ੍ਹਾਂ। ਔਰ ਕਾਮੁਕ, ਜਿਵੇਂ ਤੁਸੀਂ ਦੱਸਿਆ ਕਿ ਇਹ ਸੈਕਸ ਨੂੰ ਵਧਾਉਣ ਵਾਲੇ ਜਿਹੜੇ ਉਹਦੇ ਬਾਰੇ ਟੀਚ ਕਰਦੀ ਹੈ ਵੈਬਸਾਈਟ। ਤੇ ਜਦੋਂ ਸਾਡੇ ਨੋਟਿਸ ਵਿੱਚ ਆਇਆ, ਹਿੰਦੀ ਕਮਿਊਨਿਟੀ ਦੇ ਨੋਟਿਸ ਦੇ ਵਿੱਚ ਆਇਆ, ਪਹਿਲਾਂ ਤਾਂ ਆਮ ਲੋਕਾਂ ਨੇ ਸਿੱਧੀ ਵੈਬਸਾਈਟ ਦੇ ਉੱਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ, ਮੈਸੇਜ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਆਪ ਦਾ ਬਿਜ਼ਨਸ ਕਰੋ, ਜੋ ਮਰਜ਼ੀ ਕਰੋ, ਕੈਨੇਡਾ ਇੱਕ ਓਪਨ ਦੇਸ਼ ਹੈ, ਹਰ ਤਰ੍ਹਾਂ ਦੇ ਬਿਜ਼ਨਸ ਨੇ ਜੇ ਗਵਰਨਮੈਂਟ ਅਲਾਉ ਕਰਦੀ ਹੈ, ਪਰ ਭਗਵਾਨ ਗਣੇਸ਼ ਜੀ ਦੀ ਇਹ ਤੋਂ ਫੋਟੋ ਲਾ ਦਿੱਤੀ ਜਾਵੇ। ਪਰ ਜੈਸਮੀਨ ਹੈ ਇਹਦੀ ਓਨਰ, ਉਹਨੇ ਬੜੇ ਸਖਤ ਸ਼ਬਦਾਂ ਨਾਲ ਕਿਹਾ ਕਿ ਮੈਂ ਫੋਟੋ ਕਿਉਂ ਲਾਉਂਗੀ, ਮੇਰਾ ਸਮਾਂ ਬਿਜ਼ਨਸ ਵੱਧ ਰਿਹਾ। ਪਰ ਉਹਦੀਆਂ ਇਹਨਾਂ ਗੱਲਾਂ ਦੇ ਨਾਲ ਜਿਹੜਾ ਹਿੰਦੂ ਭਾਈਚਾਰਾ, ਉਹਨਾਂ ਨੂੰ ਹੋਰ ਜ਼ਿਆਦਾ ਠੇਸ ਪਹੁੰਚੀ ਹੈ ਔਰ ਇਮੋਸ਼ਨਲੀ ਲੋਕ ਬੜੇ ਦੁਖੀ ਨੇ। ਔਰ ਪਿਛਲੇ ਥੋੜ੍ਹੇ ਦਿਨਾਂ ਦੇ ਵਿੱਚ, 3-4 ਦਿਨਾਂ ਦੇ ਵਿੱਚ, ਲੋਅਰ ਮੇਨਲੈਂਡ ਦੀਆਂ ਸਾਰੀ ਹਿੰਦੂ ਸੁਸਾਇਟੀਆਂ ਨੇ ਇਕੱਠਿਆਂ ਹੋ ਕੇ ਵੀ ਮੀਟਿੰਗ ਕੀਤੀ ਹੈ। ਬਰਨਬੀ ਮੰਦਰ, ਸਰੀ ਮੰਦਰ, ਐਬਸਫੋਰਡ ਮੰਦਰ, ਹੋਰ ਜਿਹੜੇ ਸਾਡੇ ਡੈਲਟਾ ਮੰਦਰ ਨੇ, ਹਿੰਦੀ ਲਿਟਰੇਰੀ ਸੁਸਾਇਟੀ ਹੈ ਜੀ, ਇਸ ਤੋਂ ਇਲਾਵਾ ਮੀਡੀਆ ਦੇ ਕੁਝ ਸ਼ਖਸ ਉਹ 'ਚ ਮੌਜੂਦ ਸਨ। ਅਤੇ ਆਮ ਜਿਹੜੇ ਲੋਕ ਨੇ ਹਿੰਦੂ ਧਰਮ ਨੂੰ ਮੰਨਣ ਵਾਲੇ ਜਾਂ ਦੂਜੇ ਧਰਮਾਂ 'ਚ ਯਕੀਨ ਰੱਖਣ ਵਾਲੇ ਵੀ, ਕਿਉਂਕਿ ਉਹ ਧਾਰਮਿਕ ਆਜ਼ਾਦੀ ਦੀ ਗੱਲ ਕਰਦੇ ਹਾਂ ਅਤੇ ਧਾਰਮਿਕ ਦੁਰਵਰਤੋਂ ਕਿਸੇ ਵੀ ਧਰਮ ਦੀ ਫੋਟੋ ਕੱਲ੍ਹ ਨੂੰ ਲਾਈ ਜਾ ਸਕਦੀ ਹੈ, ਅਤੇ ਜੇ ਇਹਨੂੰ ਨਾ ਰੋਕਿਆ ਗਿਆ ਤਾਂ ਹੋ ਸਕਦਾ ਇਹ ਚੀਜ਼ਾਂ ਵੱਧਦੀਆਂ ਜਾਣ। ਸੋ ਇਹਦੇ ਬਾਰੇ ਕਾਫੀ ਰੋਸ਼ ਹੈ ਜੀ, ਔਰ ਸਭ ਲੋਕ ਆਪਣੇ ਆਪਣੇ ਢੰਗ ਨਾਲ ਰਿਐਕਟ ਕਰ ਰਹੇ ਨੇ। ਅਸੀਂ ਇਹਦੇ ਲਈ ਲੀਗਲ ਸਲਾਹ ਵੀ ਲਈ ਹੈ ਔਰ ਲੀਗਲ ਕਾਰਵਾਈ ਵੀ ਸ਼ੁਰੂ ਕਰ ਰਹੇ ਹਾਂ। ਲਾਇਰ ਹਾਇਰ ਕੀਤੇ ਗਏ ਨੇ, ਉਹ ਲੈਟਰ ਪਾ ਰਹੇ ਨੇ। ਅਸੀਂ ਸਾਡੇ ਪਰਸਨਲ ਅਪਰੋਚ ਕਈ ਲੋਕਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਉਹ ਜਗ੍ਹਾ ਜਿੱਥੇ ਐਡਰੈਸ ਹੈ ਬਿਜ਼ਨਸ ਦਾ, ਉੱਥੇ ਪਹੁੰਚੇ ਨੇ, ਪਰ ਉਹਨਾਂ ਨੂੰ ਕੋਈ ਸ਼ਖਸ ਉੱਥੇ ਮਿਲਿਆ ਨਹੀਂ। ਓਨਰ ਨਾਲ ਗੱਲ ਹੋਈ ਹੈ, ਉਹ ਕਹਿੰਦੀ ਮੈਂ ਮੈਕਸੀਕੋ ਛੁੱਟੀਆਂ ਮਨਾ ਰਹੀ ਹਾਂ, ਉੱਥੇ ਬੈਠੀ ਹਾਂ ਅਤੇ ਮੈਂ ਫੋਟੋ ਲਾਉਂਗੀ ਨਹੀਂ। ਇਸ ਤੋਂ ਇਲਾਵਾ ਪਟੀਸ਼ਨ ICA ਨੇ ਸ਼ੁਰੂ ਕੀਤੀ ਸੀ, 2000 ਤੋਂ ਉੱਪਰ ਉੱਤੇ ਸਿਗਨੇਚਰ ਹੋ ਚੁੱਕੇ ਨੇ। ਪਟੀਸ਼ਨ ਆਨਲਾਈਨ ਹੈ ਵੀ, ਅਤੇ ਜਿਨ੍ਹਾਂ ਨੇ ਅਜੇ ਪਟੀਸ਼ਨ ਸਾਈਨ ਨਹੀਂ ਕੀਤੀ ਉਹ ਅਜੇ ਵੀ ਕਰ ਸਕਦੇ ਨੇ। ਇੰਡੀਆ ਕੈਨੇਡਾ ਐਸੋਸੀਏਸ਼ਨ ਦੇ ਨਾਂ 'ਤੇ ਹੈ ਨੀਰਜ ਜੀ ਔਰ ਉਹਨਾਂ ਦੀ ਟੀਮ, ਉਹ ਕਰ ਰਹੀ ਹੈ ਪਟੀਸ਼ਨ। ਇਸ ਤੋਂ ਇਲਾਵਾ ਹੁਣ CC ਜਿਹੜੇ ਸਾਡੇ, ਕਿਉਂਕਿ ਇੱਕ ਨਾ ਫੈਡਰਲ ਮੁੱਦਾ ਹੈ ਜੀ, ਟੈਕਨੋਲੋਜੀ ਮਿਨਿਸਟਰ ਜਿਹੜੇ ਨੇ ਉਹ ਵੈਬਸਾਈਟ ਇੱਕ ਸਕਿੰਟ ਸ਼ਟ ਡਾਊਨ ਕਰ ਸਕਦੇ ਆ। ਅਸੀਂ ਆਪਣੇ MPs ਨੂੰ ਅਪਰੋਚ ਕੀਤੀ ਹੈ, ਸੁਖ ਧਾਲੀਵਾਲ, ਰਣਦੀਪ ਸਰਾਏ, ਉਹਨਾਂ ਸਾਰਿਆਂ ਨੂੰ ਈਮੇਲ ਚਿੱਠੀਆਂ ਭੇਜੀਆਂ। ਜੋ ਹੁਣ ਤੱਕ ਸਾਡੀ ਕਮਿਊਨੀਕੇਸ਼ਨ ਹੋਈ ਹੈ ਉਹ ਸਾਰੀ ਭੇਜੀ ਹੈ। ਅਤੇ ਜਸਟਿਨ ਟਰੂਡੋ ਉਹਨਾਂ ਨੂੰ ਅਸੀਂ ਇਹ ਈਮੇਲ ਪਾਈ ਹੈ, ਅਨੀਤਾ ਆਨੰਦ ਜੀ ਨੂੰ ਪਾਈ ਹੈ, ਡਿਫੈਂਸ ਮਿਨਿਸਟਰ ਜਿਹੜੇ ਨੇ, ਆਪ ਵੀ ਹਿੰਦੂ ਮੂਲ ਤੋਂ ਨੇ, ਉਹ ਸ਼ਾਇਦ ਜ਼ਿਆਦਾ ਜਲਦੀ ਸਮਝਣਗੇ ਇਸ ਚੀਜ਼ਾਂ ਨੂੰ, ਇਹਨਾਂ ਭਾਵਨਾਵਾਂ ਨੂੰ। ਸੋ ਸਾਡੀ ਅਪੀਲ ਹੈ ਕੈਨੇਡਾ ਸਰਕਾਰ ਨੂੰ ਕਿ ਇਸ ਤੋਂ ਪਹਿਲਾਂ ਕਿ ਪਾਣੀ ਸਿਰ ਉੱਪਰ ਦੀ ਲੰਘ ਜਾਵੇ, ਮੇਰਾ ਖਿਆਲ ਹੈ ਕਿ ਇਹ ਵੈਬਸਾਈਟ ਨੂੰ ਜਲਦੀ ਸ਼ਟ ਡਾਊਨ ਕੀਤਾ ਜਾਵੇ, ਜਾਂ ਉਹਨਾਂ 'ਤੇ ਪ੍ਰੈਸ਼ਰ ਪਾ ਕੇ ਵੈਬਸਾਈਟ ਤੋਂ ਇਹ ਫੋਟੋ ਲੋਗੋ ਦੇ ਰੂਪ ਜਿਹੜੀ ਇਸਤੇਮਾਲ ਕੀਤੀ ਜਾ ਰਹੀ ਹੈ, ਇਹਨੂੰ ਉਤਾਰਿਆ ਜਾਵੇ ਜੀ। ਇਸ ਗੱਲ ਬਾਰੇ ਕੁਝ ਪਤਾ ਲੱਗਿਆ ਵੀ ਇਹ ਵਾਕਈ ਜਿਹੜੇ ਨਾਂ ਤੁਸੀਂ ਲੈ ਰਹੇ ਹੋ, ਇਹ ਨਾਂ ਕੋਈ ਅਸਲੀ ਨਾਂ ਹੈਗਾ ਜਾਂ ਕੋਈ ਫੇਕ ਨਾਂ ਦੇ ਉੱਤੇ, ਜਾਂ ਕੋਈ ਇਹ ਆਇਡੈਂਟੀਟੀ ਹੈਗੀ ਆ? ਇਹ ਵੈਬਸਾਈਟ ਕਿਤੇ ਬਾਹਰੋਂ ਚੱਲਦੀ ਆ ਕੈਨੇਡਾ ਦੇ ਵਿੱਚ, ਕੈਨੇਡਾ ਦੇ ਨਾਲ ਇਹਦਾ ਕੋਈ ਸੰਬੰਧ ਹੈਗਾ ਜਾਂ ਨਹੀਂ? ਜੀ ਅਸੀਂ, ਜਿਹੜੀ ਸਾਡੀ ਟੀਮ ਹੈ IT ਦੇ ਵਿੱਚ, ਮੁੰਡੇ ਕੁੜੀਆਂ ਕੰਮ ਕਰਦੇ ਨੇ, ਉਹਨਾਂ ਨੇ ਕਾਫੀ ਰਿਸਰਚ ਕੀਤੀ ਹੈ ਇਹਦੇ ਉੱਤੇ।
ਉਹਨਾਂ ਦੇ ਦੱਸਣ ਮੁਤਾਬਿਕ ਜਿਹੜੀ ਵੈਬਸਾਈਟ ਦਾ ਬਿਜ਼ਨਸ ਹੈ ਲੈਂਗਲੀ 'ਚ ਰਜਿਸਟਰ ਹੈ, ਸਿਟੀ ਆਫ ਲੈਂਗਲੀ ਦੇ ਅੰਡਰ 204 ਸਟਰੀਟ ਤੇ ਐਡਰੈਸ ਹੈ, ਉਹ ਐਡਰੈਸ ਹੈ ਮੌਜੂਦ ਸਾਡੇ ਕੋਲ। ਤੇ ਜਿਹੜਾ ਉਹ ਬੰਦਾ ਜਿਹਦੇ ਨਾਂ ਤੇ ਬਿਜ਼ਨਸ ਰਜਿਸਟਰ ਹੈ, ਜੈਸਮੀਨ ਹੈ ਉਹ ਲੇਡੀ ਦਾ ਨਾਮ, ਤੇ ਉਹਦਾ ਹਸਬੈਂਡ ਹੈ ਉਹ ਸਰੀ 'ਚ ਰਹਿੰਦਾ, ਉਹਦਾ ਰੈਜ਼ੀਡੈਂਸ਼ੀਅਲ ਐਡਰੈਸ ਵੀ ਹੈ। ਤੇ ਜੈਸਮੀਨ ਜਿਹੜੀ ਹੈ ਉਹਨਾਂ ਨਾਲ ਦੇਖੋ ਪਰਸਨਲੀ ਤਾਂ ਇੰਟਰੈਕਸ਼ਨ ਨਹੀਂ ਹੋਈ, ਪਰ ਡੈਫੀਨੇਟਲੀ ਫੇਸਬੁੱਕ ਦੇ ਰਾਹੀਂ, ਕਿਉਂਕਿ ਉਹਦਾ ਫੇਸਬੁੱਕ ਪੇਜ ਵੀ ਹੈ, IT ਮਾਹਰਾਂ ਨੇ ਉਹਦੇ ਨਾਲ ਥਰੂ ਫੇਸਬੁੱਕ ਮੈਸੇਜਿਸ ਜਾਂ ਈਮੇਲ ਦੇ ਥਰੂ ਗੱਲਬਾਤ ਕੀਤੀ ਹੈ। ਤੇ ਉਹ ਬੜੀ ਕਹਿ ਲਓ ਵੀ ਸਖਤੀ ਦੇ ਨਾਲ ਜਵਾਬ ਦਿੰਦੀ ਹੈ ਕਿ ਮੈਂ ਬਿਲਕੁਲ ਨਹੀਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਰੱਖਦੀ, ਤੇ ਮੈਂ ਜੋ ਕਰ ਰਹੀ ਹਾਂ ਉਹ ਕਰਾਂਗੀ। ਤੇ ਜਦੋਂ IT ਵਾਲਿਆਂ ਨੇ ਹੋਰ ਇਹਦੀ ਘੋਖ ਕੀਤੀ ਹੈ, ਇਹ ਵੈਬਸਾਈਟ ਜਿਹੜੀ ਆ ਕੈਨੇਡਾ 'ਚ ਨਹੀਂ ਬਣੀ, ਇਹ ਥਰਡ ਪਾਰਟੀ ਪਾਕਿਸਤਾਨ 'ਚ ਬਣੀ ਹੋਈ ਵੈਬਸਾਈਟ ਹੈ। ਸੋ ਹੁਣ ਮਤਲਬ ਕਈ ਚੀਜ਼ਾਂ ਆਲੇ ਦੁਆਲੇ ਘੁੰਮ ਰਹੀਆਂ ਨੇ ਵੀ ਜੇ ਇਹਦੇ ਬੰਦੇ ਜਿਹੜੇ ਨੇ ਉਹਨਾਂ ਦਾ ਸੱਚੀ ਕਿ ਸੀਰੀਅਸ ਇਰਾਦਾ ਵੀ ਹੈ ਕੋਈ ਬਿਜ਼ਨਸ ਕਰਨ ਦਾ, ਜਾਂ ਸਿਰਫ ਇਹ ਮਾਰਕੀਟ ਦੇ ਵਿੱਚ ਹਿੰਦੂਆਂ ਨੂੰ ਠੇਸ ਪਹੁੰਚਾਉਣ ਦਾ ਇਕੱਲਾ ਇਰਾਦਾ ਹੈ, ਤੇ ਕੋਈ ਉਹਨਾਂ ਨੂੰ ਪਾਕਿਸਤਾਨ ਤੋਂ ਸ਼ੈ ਮਿਲ ਰਹੀ ਹੈ। ਤੇ ਇਹ ਸਾਰੀਆਂ ਗੱਲਾਂ ਜੇ ਗੋਲ ਨੇ, ਕੋਈ ਠੋਸ ਢੰਗ ਨਾਲ ਇਹਦਾ ਜਵਾਬ ਦਿੱਤਾ ਨਹੀਂ ਜਾ ਸਕਦਾ। ਪਰ RCMP ਦਾ ਸਾਈਬਰ ਕ੍ਰਾਈਮ ਜਿਹੜਾ ਯੂਨਿਟ ਹੈ, ਉਹਨਾਂ ਲਈ ਬੜੇ ਆਸਾਨ ਕੰਮ ਨੇ ਲੱਭਣੇ ਕਿ ਅਸਲੀਅਤ ਕੀ ਹੈ ਇਹਦੇ ਪਿੱਛੇ। ਉਹਨਾਂ ਨਾਲ ਗੱਲ ਹੋਈ, ਸਰਕਾਰ ਦੇ ਕੋਈ ਬੰਦੇ ਕੀ ਕਹਿ ਰਹੇ ਵੀ ਇਹਦੇ ਤੇ ਕੋਈ ਐਕਸ਼ਨ ਹੋਏਗਾ? RCMP ਲੈਂਗਲੀ ਦੇ ਕੋਲ ਅਸੀਂ ਇਹਦੀ ਸ਼ਿਕਾਇਤ ਦਰਜ ਕਰ ਦਿੱਤੀ ਹੈ। ਸਰੀ RCMP ਨੂੰ ਵੀ ਇਹਦੇ ਬਾਰੇ ਨੋਟਿਸ ਦੇ ਦਿੱਤਾ ਗਿਆ। ਸੁਖ ਧਾਲੀਵਾਲ ਜੀ ਨੂੰ ਈਮੇਲ ਪਹੁੰਚ ਚੁੱਕੀ ਹੈ। ਘੋਖ ਜਾਰੀ ਹੈ ਜੀ, ਜਿੰਨੇ ਕੁ ਲੈਵਲ 'ਤੇ ਅਸੀਂ ਆਪ ਕਰ ਸਕਦੇ ਹਾਂ ਉਨੀ ਕੁ ਅਸੀਂ ਇਹਦੀ ਕਹਿ ਲਓ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਪਰ ਜਿਹੜੇ ਮਾਹਰ ਨੇ ਇਨਵੈਸਟੀਗੇਸ਼ਨ ਦੇ, ਉਹ ਸਰਕਾਰ ਦੇ ਹੱਥ ਹੁੰਦੇ ਆ, ਔਰ ਕੈਨੇਡਾ ਸਰਕਾਰ ਜੇ ਚਾਹੇ ਤਾਂ ਇਹਦਾ ਹੱਲ ਮਤਲਬ ਮਿੰਟਾਂ ਸਕਿੰਟਾਂ 'ਚ ਕੱਢ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਕਿ ਜੇ ਉਹ ਵੈਬਸਾਈਟ ਤੋਂ ਸ਼ਟ ਡਾਊਨ ਕਰ ਦਿੱਤੀ ਜਾਂਦੀ ਹੈ ਜਾਂ ਉਹ ਫੋਟੋ ਉਤਾਰ ਦਿੱਤੀ ਜਾਂਦੀ ਹੈ, ਤੇ ਮੇਰਾ ਖਿਆਲ ਹੈ ਕਿ ਜਿਹੜਾ ਇਹ ਮੁੱਦਾ ਉੱਥੇ ਖਤਮ ਹੋ ਜਾਂਦਾ, ਕਿਉਂਕਿ ਹਿੰਦੂ ਕਮਿਊਨਿਟੀ ਸਿਰਫ ਇਹ ਚਾਹੁੰਦੀ ਹੈ ਕਿ ਉਸ ਵੈਬਸਾਈਟ ਦੇ ਉੱਤੇ ਭਗਵਾਨ ਦੀ ਜਿਹੜੀ ਪਿਕਚਰ ਹੈ, ਫੋਟੋ ਹੈ, ਉਹ ਲਾ ਦਿੱਤੀ ਜਾਵੇ। ਉਸ ਤੋਂ ਬਗੈਰ ਉਹ ਬਿਜ਼ਨਸ ਚੱਲਦਾ ਰਹੇ ਜਾਂ ਨਾ ਚੱਲਦਾ ਰਹੇ, ਉਹਦੇ ਬਾਰੇ ਕਿਸੇ ਨੂੰ ਕੋਈ ਇਤਰਾਜ਼ ਹੈ ਨਹੀਂ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ, ਇਹ ਮੁੱਦਾ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਆ। ਹਿੰਦੂ ਧਰਮ ਨਹੀਂ, ਕਿਸੇ ਵੀ ਧਰਮ ਦੇ ਖਿਲਾਫ ਜਾਣਾ ਮਾੜੀ ਗੱਲ ਆ। ਕਿਸੇ ਵੀ ਧਰਮ ਦੇ ਕਿਸੇ ਗੁਰੂ, ਕਿਸੇ ਚਿੰਨ੍ਹ ਨੂੰ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਜਾਂ ਉਹਨਾਂ ਦੇ ਅਕੀਦਿਆਂ ਤੋਂ ਬਿਨਾਂ ਵਰਤਣਾ ਬਹੁਤ ਵੱਡੀ ਗੱਲ ਆ, ਨਹੀਂ ਵਾਪਰਨੀ ਚਾਹੀਦੀ। ਇਸ ਗੱਲ ਦੀ ਜਿਹੜੀ ਸੁਣਵਾਈ ਆ ਹੋਣੀ ਚਾਹੀਦੀ ਹੈ, ਤਾਂ ਕਿਤੇ ਨਾ ਕਿਤੇ ਇਹਦੇ ਉੱਤੇ ਕਾਰਵਾਈ ਸਰਕਾਰ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਕੋਵਿਡ-19 ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਅਜੇ ਵੀ ਅਖਬਾਰਾਂ ਦੀਆਂ ਪ੍ਰਮੁੱਖ ਖਬਰਾਂ ਬਣਦੀਆਂ। ਅੱਜ ਡੈਨਮਾਰਕ ਤੋਂ ਇੱਕ ਖਾਸ ਖਬਰ ਆ ਰਹੀ ਹੈ ਕਿ ਡੈਨਮਾਰਕ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੇ ਵਿੱਚ ਪਹਿਲਾ ਦੇਸ਼ ਬਣ ਗਿਆ ਜਿਹਨੇ ਪੈਂਡੈਮਿਕ ਦੀਆਂ ਰੈਸਟ੍ਰਿਕਸ਼ਨਸ ਚੱਕ ਦਿੱਤੀਆਂ, ਜਿਹਨੇ ਕਿਹਾ ਵੀ ਹੁਣ ਉਸ ਤਰੀਕੇ ਦੇ ਨਾਲ ਕੋਵਿਡ-19 ਆਊਟਬ੍ਰੇਕਸ ਨੂੰ ਜਿਹੜਾ ਸੋਸ਼ਲੀ ਕ੍ਰਿਟੀਕਲ ਡਿਜ਼ੀਜ਼ ਵਜੋਂ ਨਹੀਂ ਦੇਖਿਆ ਜਾਊਗਾ। ਬਹੁਤ ਸਾਰੀਆਂ ਪਾਬੰਦੀਆਂ ਉਹਨਾਂ ਨੇ ਚੱਕ ਦਿੱਤੀਆਂ ਤੇ ਹਾਲਾਤ ਆਮ ਵਰਗੇ ਕਰਨ ਲੱਗ ਪਏ ਆ। ਉਹਨਾਂ ਨੇ ਇਹ ਵੀ ਇੱਥੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਇਹ ਪਾਬੰਦੀਆਂ ਜਿਹੜੀਆਂ ਚੱਕੀਆਂ ਗਈਆਂ ਇਹ ਪੱਕੀਆਂ ਚੱਕ ਦਿੱਤੀਆਂ ਗਈਆਂ, ਪਰ ਇੱਕ ਵਾਰੀ ਉਹਨਾਂ ਨੇ ਇਹ ਰੈਸਟ੍ਰਿਕਸ਼ਨਸ ਜਿਹੜੀਆਂ ਚੱਕ ਦਿੱਤੀਆਂ ਆ, ਤੇ ਇਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਰੀਜ਼ਨ ਦੱਸਿਆ ਕਿ ਓਮਿਕਰੋਨ ਵੇਰੀਐਂਟ ਜਿਹੜਾ ਡੈਨਮਾਰਕ ਦੇ ਵਿੱਚ ਵੱਧ ਰਿਹਾ ਸੀ, ਉਹ ਕਹਿੰਦੇ ਇੰਨਾ ਜ਼ਿਆਦਾ ਸਾਡੇ ਹੈਲਥ ਸਿਸਟਮ ਦੇ ਉੱਤੇ ਹੁਣ ਹੈਵੀ ਲੋਡ ਨਹੀਂ ਇਹਦਾ ਪੈ ਰਿਹਾ, ਹਾਈ ਵੈਕਸੀਨੇਸ਼ਨ ਆ ਇੱਥੇ, ਬਹੁਤ ਸਾਰੇ ਲੋਕ ਇਹਦੇ ਤੋਂ ਪ੍ਰੋਟੈਕਟਡ ਆ, ਇਸ ਕਰਕੇ ਅਸੀਂ ਇਹ ਰੈਸਟ੍ਰਿਕਸ਼ਨਸ ਨੂੰ ਜਿਹੜੀਆਂ ਪਾਬੰਦੀਆਂ ਕੋਵਿਡ ਦੀਆਂ ਲੱਗੀਆਂ ਨੂੰ ਚੱਕ ਰਹੇ ਹਾਂ। ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਇੱਕ ਡੈਨਿਸ਼ ਰੇਡੀਓ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ, ਉਹ ਕਹਿੰਦੇ ਇਹ ਅਜੇ ਬਹੁਤ ਪਹਿਲੀ ਸਟੇਜ ਦੇ ਉੱਤੇ ਆ, ਅਜੇ ਦੱਸਿਆ ਨਹੀਂ ਜਾ ਸਕਦਾ ਕਿ ਪਾਬੰਦੀਆਂ ਵਾਪਸ ਲੱਗ ਸਕਦੀਆਂ ਜਾਂ ਵਾਪਸ ਨਹੀਂ ਲੱਗ ਸਕਦੀਆਂ। ਇਹ ਡੈਨਮਾਰਕ ਦੀ ਖਬਰ ਇਸ ਕਰਕੇ ਮਹੱਤਵਪੂਰਨ ਆ ਕਿ ਦੁਨੀਆ ਦੇ ਵਿੱਚ ਇਸ ਵੇਲੇ ਗੱਲਾਂ ਬਾਤਾਂ ਚੱਲ ਰਹੀਆਂ ਵੀ ਕੋਵਿਡ ਦਾ ਅੰਤ ਕਦੋਂ ਹੋਣਾ, ਇਹ ਸਾਰੇ ਕੁਝ ਤੋਂ ਛੁਟਕਾਰਾ ਕਦੋਂ ਮਿਲਣਾ। ਕੋਵਿਡ ਦੇ ਨਾਲ ਲੋਕ ਅੱਕ ਚੁੱਕੇ ਆ, ਤੇ ਹੁਣ ਡੈਨਮਾਰਕ ਜਿੱਥੇ ਕਿ 6 ਮਿਲੀਅਨ ਦੇ ਕਰੀਬ ਲੋਕ ਰਹਿੰਦੇ ਆ, ਉਹਦੇ ਵਿੱਚ 50,000 ਤੋਂ ਜ਼ਿਆਦਾ ਡੇਲੀ ਕੇਸਿਸ ਔਨ ਐਨ ਐਵਰੇਜ ਪਿਛਲੇ ਸਮੇਂ ਦੇ ਵਿੱਚ ਆਉਂਦੇ ਰਹੇ ਆ, ਤੇ ਜਿਹੜੇ ICU ਦੇ ਵਿੱਚ ਉੱਥੇ ਗਿਣਤੀ ਘਟ ਗਈ ਆ, ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਹੁਣ ਇਹ ਪਾਬੰਦੀਆਂ ਨੂੰ ਚੱਕ ਰਹੇ ਹਾਂ। ਯੂਰਪੀਅਨ ਯੂਨੀਅਨ ਦੀਆਂ ਜਿਹੜੀਆਂ ਦੂਜੇ ਦੇਸ਼ ਹੈਗੇ ਉਹਨਾਂ ਨੇ ਵੀ ਬਹੁਤ ਸਾਰੇ ਇਹਨਾਂ ਮੈਂਡੇਟਸ ਨੂੰ ਰਿਲੈਕਸ ਕੀਤਾ ਆ। ਆਇਰਲੈਂਡ ਨੇ ਬਹੁਤ ਸਾਰੀਆਂ ਰੈਸਟ੍ਰਿਕਸ਼ਨ ਚੱਕ ਦਿੱਤੀਆਂ, ਨੀਦਰਲੈਂਡ ਨੇ ਜਿਹੜਾ ਲੋਕਡਾਊਨ ਆ ਉਹਨੂੰ ਚੱਕ ਦਿੱਤਾ, ਬਾਰਜ਼ ਰੈਸਟੋਰੈਂਟ ਜਿਹੜੇ ਆ ਉਹ ਹਾਲਾਂਕਿ ਖੋਲ੍ਹ ਦਿੱਤੇ ਆ, ਪਰ ਫਿਰ ਵੀ 10 ਵਜੇ ਰਾਤ ਨੂੰ ਉਹ ਬੰਦ ਹੋ ਜਾਂਦੇ ਆ। ਇਹ ਹੈਲਥ ਅਥਾਰਟੀਜ਼ ਇਸ ਵੇਲੇ ਅੱਜ ਜਿਹੜੀ ਉਹਨਾਂ ਨੇ TVs ਦੇ ਨਾਲ, ਟੈਲੀਵਿਜ਼ਨਾਂ ਦੇ ਨਾਲ ਗੱਲਬਾਤ ਉੱਥੇ ਨਿਊਜ਼ ਏਜੰਸੀਜ਼ ਦੇ ਨਾਲ ਕੀਤੀ ਹੈ, ਜਿਹਦੇ ਵਿੱਚ ਉਹ ਦੱਸ ਰਿਹਾ ਹੈ ਕਿ ਹੁਣ ਜਿਹੜੀਆਂ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਹੈਗੀਆਂ ਆ, ਚਾਹੇ ਮਾਸਕ ਪਾਉਣਾ ਆ, ਚਾਹੇ ਪਬਲਿਕ ਟਰਾਂਸਪੋਰਟੇਸ਼ਨ ਸ਼ਾਪਸ ਦਾ ਹੋਰ ਥਾਵਾਂ ਦੇ ਉੱਤੇ ਆ, ਉਹਨੂੰ ਉਹਨਾਂ ਨੇ ਚੱਕ ਦਿੱਤਾ, ਤੇ ਕਈ ਜਿਹੜੀਆਂ ਰੈਸਟ੍ਰਿਕਸ਼ਨਸ ਹੈਗੀਆਂ ਆ ਉਹਨਾਂ ਨੂੰ ਹੌਲੀ ਹੌਲੀ ਉਹ ਚੱਕ ਰਹੇ ਆ। ਤੇ ਇਹ ਵੀ ਤੁਹਾਨੂੰ ਯਾਦ ਹੋਊਗਾ ਕਿ 2020 ਦੇ ਵਿੱਚ ਡੈਨਮਾਰਕ ਪਹਿਲਾ ਯੂਰਪੀਅਨ ਯੂਨੀਅਨ ਕੰਟਰੀ ਬਣਿਆ ਸੀ ਜਿਹਨੇ ਆਪਣੇ ਸਕੂਲ ਬੰਦ ਕੀਤੇ ਸੀ ਕੋਵਿਡ-19 ਕਰਕੇ, ਤੇ ਹੁਣ ਇਹ ਪਹਿਲਾ ਹੀ ਦੇਸ਼ ਬਣਿਆ ਜਿਹੜਾ ਕਿ ਇਹਨਾਂ ਰੈਸਟ੍ਰਿਕਸ਼ਨਸ ਨੂੰ
ਚੱਕ ਰਿਹਾ ਆ। ਜਿਹੜੇ ਕਈ ਬਾਰਡਰ ਆ ਉਹਨਾਂ ਦੇ ਆਪਸ ਦੇ ਵਿੱਚ, ਉੱਥੇ ਵੀ ਉਹਨਾਂ ਨੇ ਪਾਬੰਦੀਆਂ ਜਿਹੜੀਆਂ ਉਹ ਹਟਾ ਦਿੱਤੀਆਂ ਆ। ਇੱਕ US ਤੋਂ ਖਬਰ ਇਹਦੇ ਨਾਲ ਲੱਗਦੀ ਆ ਰਹੀ ਆ, ਕਿਉਂਕਿ ਜਿਹੜੀਆਂ ਪਾਬੰਦੀਆਂ ਚੱਕ ਰਹੀਆਂ ਇਹਦੇ ਪਿੱਛੇ ਇੱਕ ਵੱਡਾ ਕਾਰਨ ਵੈਕਸੀਨੇਸ਼ਨ ਆ। ਹੁਣ US ਰੈਗੂਲੇਟਰਸ ਜਿਹੜੇ ਆ ਉਹ ਡਰੱਗ ਮੇਕਰ ਫਾਈਜ਼ਰ ਅਪਲਾਈ ਕਰ ਰਹੀ ਆ ਐਮਰਜੈਂਸੀ ਆਥੋਰਾਈਜੇਸ਼ਨ ਦੇ ਲਈ 2 ਡੋਜ਼ COVID-19 ਦੀ ਵੈਕਸੀਨਸ ਦੀਆਂ ਬੱਚਿਆਂ ਦੇ ਲਈ। ਵੱਖ-ਵੱਖ ਉਮਰਾਂ ਦੇ ਵਿੱਚ ਵੈਕਸੀਨ ਲੱਗੀ, ਪਹਿਲਾਂ ਵੱਡਿਆਂ ਨੂੰ ਲੱਗੀ, ਫਿਰ ਹੌਲੀ-ਹੌਲੀ ਇਹ ਥੱਲੇ ਨੂੰ ਏਜ ਆਉਂਦੀ ਗਈ, ਤੇ ਹੁਣ ਜਿਹੜੀ ਐਮਰਜੈਂਸੀ ਆਥੋਰਾਈਜੇਸ਼ਨ ਦਿੱਤੀ ਜਾ ਸਕਦੀ ਆ ਉਹ 6 ਮਹੀਨੇ ਦੇ ਬੱਚੇ ਤੋਂ ਲੈ ਕੇ 5 ਸਾਲ ਦੇ ਬੱਚੇ ਤੱਕ। 5 ਸਾਲ ਤੋਂ ਉੱਤੇ ਵੈਕਸੀਨ ਪਹਿਲਾਂ ਹੀ ਲੱਗ ਰਹੀ ਆ, ਸੋ ਹੁਣ 5 ਸਾਲ ਤੋਂ ਥੱਲੇ ਨੂੰ ਜਿਹੜੀ ਉਮਰ ਆ ਉਹ ਜਾ ਰਹੀ ਆ। 6 ਮਹੀਨੇ ਤੱਕ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਹੈਗੇ ਆ ਇਹਨਾਂ ਨੂੰ ਇਹ ਵੈਕਸੀਨ ਲਾਉਣੀ ਸ਼ੁਰੂ ਹੋ ਜਾਊਗੀ ਜੇ ਇਹਨੂੰ ਉਹਨਾਂ ਨੇ ਅਲਾਓ ਕਰ ਦਿੱਤਾ। ਅਜੇ ਅਲਾਓ ਨਹੀਂ ਕੀਤਾ, ਸਰਕਾਰ ਅਲਾਓ ਕਰਦੀ ਆ, ਔਰ ਕੁਦਰਤੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਫਾਈਜ਼ਰ ਨੇ ਇਹ ਵੈਕਸੀਨ ਬਣਾਈ ਹੈ ਪਹਿਲਾਂ, ਤੇ ਹੁਣ ਉਹਨਾਂ ਨੂੰ ਅਲਾਓ ਕਰ ਦਿੱਤਾ ਜਾਊਗਾ। ਫਾਈਜ਼ਰ ਨੇ ਜਦੋਂ ਵੈਕਸੀਨ ਬਣਾਈ ਸੀ ਉਹਦਾ ਡਾਟਾ ਇਹ ਦੱਸਦਾ ਆ ਕਿ ਜਿਹੜੇ ਯੰਗਰ ਕਿਡਸ ਹੈਗੇ ਆ ਉਹਨੂੰ ਜਿਹੜੀ ਵੱਡਿਆਂ ਨੂੰ ਡੋਜ਼ ਲਾਈ ਜਾਂਦੀ ਉਹਦਾ 10ਵਾਂ ਹਿੱਸਾ ਅਡਲਟ ਡੋਜ਼ ਦਾ ਲਾ ਦਿੱਤਾ ਜਾਵੇ ਤਾਂ ਉਹਦੇ ਨਾਲ ਇਮਿਊਨ ਰਿਸਪੌਂਸ ਪ੍ਰੋਡਿਊਸ ਹੁੰਦਾ ਆ। ਤੇ ਪਿਛਲੇ ਸਾਲ 2 ਡੋਜ਼ ਇਹਦੀਆਂ ਅਨਾਊਂਸ ਕੀਤੀਆਂ ਸੀ ਕਿ ਲੈਸ ਇਫੈਕਟਿਵ ਹੈਗੀਆਂ ਫਾਈਜ਼ਰ ਦੀਆਂ, ਜਿਹੜੇ 2 ਤੋਂ 5 ਸਾਲ ਦੇ ਬੱਚੇ ਹੈਗੇ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਊਗਾ ਕਿ ਕਿੰਨਾ ਕੁ ਚਿਰ ਇਹਨਾਂ ਜਿਹੜੇ 6 ਮਹੀਨੇ ਤੋਂ ਲੈ ਕੇ 5 ਸਾਲ ਦੇ ਬੱਚੇ ਆ ਉਹਨਾਂ ਨੂੰ ਕਿੰਨੀਆਂ ਡੋਜ਼ ਲੱਗਦੀਆਂ ਆ ਤੇ ਕਦੋਂ ਤੋਂ ਲੱਗਣੀਆਂ ਸ਼ੁਰੂ ਹੁੰਦੀਆਂ। ਪਰ ਇਹਦੀ ਆਥੋਰਾਈਜੇਸ਼ਨ ਦੇ ਲਈ ਸ਼ੁਰੂਆਤ ਹੋ ਗਈ ਆ। 2 ਸਟੈਪ ਦਾ ਇਹ ਜਿਹੜਾ ਆਥੋਰਾਈਜੇਸ਼ਨ ਦਾ ਪ੍ਰੋਸੈਸ ਆ, ਜਿਹਦੇ ਵਿੱਚ ਇਹਨੂੰ ਲੱਗਦਾ ਕਿ ਮਹੀਨਾ ਕੁ ਹੋਰ ਲੱਗੂਗਾ, ਤੇ ਅਮਰੀਕਾ ਦੇ ਵਿੱਚ ਫਿਰ ਜਦੋਂ ਇਹਨੂੰ ਅਪਰੂਵਲ ਮਿਲ ਜਾਂਦੀ ਆ ਉਹਦੇ ਤੋਂ ਬਾਅਦ ਇਹ ਅਪਰੂਵਲ ਬਾਕੀ ਦੇਸ਼ਾਂ ਦੇ ਵਿੱਚ ਵੀ ਚਲੇ ਜਾਊਗੀ। ਇੱਕ COVID-19 ਨਾਲ ਸੰਬੰਧਿਤ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਖਬਰ ਆ। ਇੱਕ ਪਾਸੇ ਜਿੱਥੇ ਸਾਡੇ ਕੋਲ ਆ ਗਿਆ ਕਿ ਜਿਹੜਾ ਕੁਝ ਦੇਸ਼ ਯੂਰਪੀਅਨ ਯੂਨੀਅਨ ਦੇ, ਡੈਨਮਾਰਕ ਵਗੈਰਾ ਦੇ ਵਿੱਚ ਪਾਬੰਦੀਆਂ ਹਟ ਰਹੀਆਂ ਆ। ਅਮਰੀਕਾ ਦੇ ਵਿੱਚ 6 ਮਹੀਨੇ ਤੋਂ 5 ਸਾਲ ਦੇ ਬੱਚਿਆਂ ਦੇ ਲਈ ਇਹਦੀ ਅਪਰੂਵਲ ਦੀ ਮੰਗ ਕੀਤੀ ਜਾ ਰਹੀ ਆ। ਉੱਥੇ ਇਹ ਕਿਹਾ ਜਾ ਰਿਹਾ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਫੀਸ਼ੀਅਲ ਨੇ ਇੱਕ ਗੱਲ ਕਹੀ ਆ ਕਿ ਜਿਹੜੇ ਲੋਕ ਇਸ ਵੇਲੇ ਕਹਿ ਰਹੇ ਆ ਕਿ COVID-19 ਦਾ ਡਰ ਹਟ ਗਿਆ, ਉਹਨਾਂ ਦੇ ਲਈ ਖਤਰਨਾਕ ਹੋ ਸਕਦਾ, ਕਿਉਂਕਿ COVID-19 ਦੇ ਓਮਿਕਰੋਨ ਵੇਰੀਐਂਟ ਦੇ ਨਾਲ ਹੁਣ ਮੌਤਾਂ ਕਿਤੇ ਨਾ ਕਿਤੇ ਵਧਣ ਲੱਗ ਪਈਆਂ। ਹਾਲਾਂਕਿ ਗੱਲਾਂ ਆਪਸ ਦੇ ਵਿੱਚ ਆਪਾ ਵਿਰੋਧੀ ਨੇ, ਕੰਟਰਾਡਿਕਟਰੀ ਨੇ, ਪਰ ਇਹ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਕੁਝ ਵਾਪਰ ਰਿਹਾ, ਦੂਜੇ ਹਿੱਸੇ ਦੇ ਵਿੱਚ ਕੁਝ ਵਾਪਰ ਰਿਹਾ। ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿ ਰਿਹਾ ਕਿ ਸਾਡੇ ਹਿਸਾਬ ਨਾਲ ਇੱਦਾਂ ਹੋਣਾ ਨਹੀਂ ਚਾਹੀਦਾ। ਸਾਡੇ ਲਈ ਬਹੁਤ ਹੈਰਾਨੀ ਵਾਲੀ ਗੱਲ ਆ, ਕਿਉਂਕਿ ਓਮਿਕਰੋਨ ਵੇਰੀਐਂਟ ਹੁਣ ਤੱਕ ਫੈਲ ਚੁੱਕਿਆ, ਹੁਣ ਤੱਕ ਇਹਦੇ ਨਾਲ ਮੌਤਾਂ ਦੀ ਗਿਣਤੀ ਨਹੀਂ ਵਧੀ, ਫੈਲਦਾ ਬਹੁਤ ਤੇਜ਼ੀ ਨਾਲ ਆ, ਨੰਬਰ ਆਫ ਕੇਸਿਸ ਵਧੀ ਜਾਂਦੇ ਆ। ਹੁਣ ਜਿਹੜੇ 10 ਹਫ਼ਤੇ ਹੋਏ ਆ ਜਦੋਂ ਪਹਿਲੀ ਵਾਰੀ ਓਮਿਕਰੋਨ ਵੇਰੀਐਂਟ ਸਾਹਮਣੇ ਆਇਆ ਸੀ, 90 ਮਿਲੀਅਨ ਕੇਸ ਇਹਦੇ ਹੋ ਗਏ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਟੇ ਨਾਲ। ਤੇ ਉਹ ਕਹਿੰਦੇ ਸਾਡੇ ਲਈ ਇਹ ਗੱਲ ਚਿੰਤਾ ਵਾਲੀ ਆ ਕਿ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ ਇਹਦੇ ਨਾਲ ਹੁਣ ਮੌਤਾਂ ਸ਼ੁਰੂ ਹੋ ਗਈਆਂ, ਜਿਹੜੀਆਂ ਕਿ ਉਹਨਾਂ ਦੇ ਹਿਸਾਬ ਨਾਲ ਨਹੀਂ ਹੋਣੀਆਂ ਚਾਹੀਦੀਆਂ ਸੀ। ਟਰੱਕਾਂ ਦੇ ਨਾਲ ਸੰਬੰਧਿਤ ਜਿਹੜਾ ਕਾਫਲਾ ਸੀ ਉਹ ਜਦੋਂ ਉੱਥੇ ਗਿਆ ਆ ਓਟਵਾ ਦੇ ਵਿੱਚ, ਉਹ ਅੱਜ ਤੱਕ ਅਖਬਾਰਾਂ ਦੀਆਂ ਖਬਰਾਂ ਦੇ ਵਿੱਚ ਛਾਇਆ ਹੈ। ਓਟਵਾ ਦੇ ਵਿੱਚ ਭੀੜ ਇਕੱਠੀ ਹੋਈ, ਭੀੜ ਨੇ ਕੁਝ ਉਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਆਮ ਤੌਰ 'ਤੇ ਨਹੀਂ ਹੁੰਦੀਆਂ। ਟੈਰੀ ਫੌਕਸ ਦੇ ਬੁੱਤ ਨੂੰ ਖਰਾਬ ਕੀਤਾ ਗਿਆ, ਵੈਂਡਲਾਈਜ਼ ਕੀਤਾ ਗਿਆ। ਉਹਦੇ ਹੱਥ ਦੇ ਵਿੱਚ, ਉਹਦੇ ਬੁੱਤ ਦੇ ਹੱਥ ਦੇ ਵਿੱਚ ਜਿਹੜਾ ਮੈਂਡੇਟ ਫਰੀडम ਦਾ ਇੱਕ ਪੇਪਰ ਦੇ ਉੱਤੇ ਲਿਖ ਕੇ ਉਹਦੇ ਹੱਥ ਦੇ ਵਿੱਚ ਫੜਾ ਦਿੱਤਾ। ਉਹਦੇ ਸਿਰ ਦੇ ਉੱਤੇ ਬੇਸਬਾਲ ਦੀ ਟੋਪੀ ਪਾ ਦਿੱਤੀ। ਪਾਰਲੀਮੈਂਟ ਹਿੱਲ ਦੇ ਬਾਹਰ ਨੈਸ਼ਨਲ ਵਾਰ ਮੈਮੋਰੀਅਲ ਤੇ ਟੌਂਬ ਆਫ ਅਨਨੋਨ ਸੋਲਜੀਅਰ ਦੇ ਉੱਤੇ ਚੜ੍ਹ ਕੇ ਨਾਚ ਕੀਤਾ ਗਿਆ, ਡਾਂਸ ਕੀਤਾ, ਤੇ ਦੱਸਦਿਆ ਕਿ ਉੱਥੇ ਪਿਸ਼ਾਬ ਵੀ ਇਹਨਾਂ ਲੋਕਾਂ ਨੇ ਕੀਤਾ। ਸਰਕਾਰ ਨੂੰ ਪਹਿਲਾਂ ਹੀ ਇਹਦਾ ਅੰਦਾਜ਼ਾ ਸੀਗਾ ਕਿ ਪਹਿਲਾਂ ਹੋ ਸਕਦਾ ਹੈ ਇਸ ਤਰੀਕੇ ਦੇ ਨਾਲ, ਪਰ ਇੰਨਾ ਕੁਝ ਹੋ ਜਾਊਗਾ ਇਹਦਾ ਅੰਦਾਜ਼ਾ ਨਹੀਂ ਸੀ। ਸ਼ੁਰੂ ਦੇ ਵਿੱਚ ਮਾਮਲਾ ਇਹ ਸੀ ਕਿ ਕੁਝ ਟਰੱਕਰਸ ਜਿਹੜੇ ਆ, 10% ਟਰੱਕਰਸ, ਹਾਲਾਂਕਿ 90% ਜਿਹੜੇ ਟਰੱਕ ਚਾਲਕ ਨੇ ਉਹਨਾਂ ਨੇ ਵੈਕਸੀਨ ਲਵਾ ਲਈ ਹੈ, 10% ਟਰੱਕਰਸ ਦੇ ਵਿੱਚੋਂ ਕੁਝ ਲੋਕ ਜਿਹੜੇ ਪ੍ਰਦਰਸ਼ਨ ਕਰਨ ਦੇ ਲਈ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਤੁਰੇ ਸੀ। ਲਗਭਗ ਹਫ਼ਤਾ ਪਹਿਲਾਂ BC ਦੇ ਵਿੱਚੋਂ ਵੀ ਤੁਰੇ ਸੀ, ਤੇ ਉਹ ਫਿਰ ਓਟਵਾ ਦੇ ਵਿੱਚ ਪਹੁੰਚ ਗਏ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚੋਂ ਹੁੰਦੇ ਹੋਏ। ਮੰਗ ਇਹ ਕਰ ਰਹੇ ਆ ਕਿ ਜਿਹੜੀ ਵੈਕਸੀਨ ਮੈਂਡੇਟ ਆ ਉਹਨੂੰ ਹਟਾਇਆ ਜਾਵੇ। ਸਾਨੂੰ ਇਹ ਜ਼ਰੂਰੀ ਨਾ ਕੀਤਾ ਜਾਵੇ ਕਿ 2 ਡੋਜ਼ ਲੱਗੀ ਵਾਲਾ ਵਿਅਕਤੀ ਇੱਧਰਲੇ ਪਾਸੇ ਆ ਸਕਦਾ ਜਾਂ ਬਾਰਡਰ ਕ੍ਰੋਸ ਕਰ ਸਕਦਾ, ਅਮਰੀਕਾ ਤੋਂ ਇੱਧਰ ਆ ਸਕਦਾ ਜਾਂ ਇੱਧਰੋਂ ਅਮਰੀਕਾ ਜਾ ਸਕਦਾ, ਤੇ ਨਹੀਂ ਤਾਂ ਉਹਨੂੰ 14 ਦਿਨ ਦਾ ਕੁਆਰੰਟੀਨ ਕਰਨਾ ਪਊਗਾ। ਕਹਿਣਾ ਇਹ ਆ ਇਹਨਾਂ ਦਾ ਕਿ ਸਾਡੇ ਮੁੱਢਲੇ ਅਧਿਕਾਰਾਂ ਦੇ ਉੱਤੇ ਇਹ ਹਮਲਾ ਆ। ਜੇ ਪਹਿਲਾਂ ਸਾਨੂੰ ਛੋਟਾਂ ਦਿੱਤੀਆਂ ਗਈਆਂ ਉਸ ਵੇਲੇ ਜਦੋਂ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਸੀ, ਅਸੀਂ ਉਹ ਕਹਿੰਦੇ ਉਸ ਵੇਲੇ ਕੰਮ ਕੀਤਾ, ਤਾਂ ਹੁਣ ਸਾਨੂੰ ਇੱਦਾਂ ਨਾ ਕੀਤਾ ਜਾਵੇ ਤੇ ਸਾਡੀ ਗੱਲ ਸੁਣੀ ਜਾਵੇ। ਪਰ ਇਹਨਾਂ ਦੀ ਗਿਣਤੀ 10% ਸੀ,
ਤੁਹਾਨੂੰ ਇਹ ਵੀ ਪਤਾ ਕਿ ਕੈਨੇਡਾ, ਅਮਰੀਕਾ ਤੇ ਦੁਨੀਆ ਦੇ ਸਾਰੇ ਹਿੱਸਿਆਂ ਦੇ ਵਿੱਚ ਇੱਕ ਹੋਰ ਵੱਡਾ ਗਰੁੱਪ ਮੌਜੂਦ ਆ ਜਿਹੜਾ ਐਂਟੀ ਵੈਕਸਰਸ ਦਾ ਗਰੁੱਪ ਆ, ਜਿਹੜੇ ਵੈਕਸੀਨ ਦਾ ਵਿਰੋਧ ਕਰਨ ਵਾਲੇ ਲੋਕ ਨੇ। ਉਹ ਲੋਕ ਵੀ ਇਹਨਾਂ ਦੇ ਨਾਲ ਕਿਤੇ ਨਾ ਕਿਤੇ ਰਲ ਗਏ ਤੇ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਾ ਕੇ ਇਹ ਉੱਥੇ ਖਰੂਦ ਕਰਨਾ ਸ਼ੁਰੂ ਕਰ ਦਿੱਤਾ। ਫੰਡ ਇਹਨਾਂ ਨੂੰ ਬਹੁਤ ਸਾਰਾ ਇਕੱਠਾ ਹੋ ਗਿਆ। ਜਿਹੜੀ ਡੋਨੇਸ਼ਨ ਲੋਕਾਂ ਨੇ ਦਿੱਤੀ ਆ GoFundMe ਪੇਜ ਦੇ ਉੱਤੇ ਇਸ ਫਰੀडम ਕਨਵॉय ਨੂੰ ਦੱਸਦੇ ਆ $9.5 ਮਿਲੀਅਨ ਲੋਕਾਂ ਨੇ ਫੰਡ ਦੇ ਦਿੱਤਾ ਇਹਨਾਂ ਦਾ ਸਾਥ ਦੇਣ ਦੇ ਲਈ। ਤੇ ਇਹ ਹੁਣ ਤੱਕ ਸੈਕੰਡ ਲਾਰਜੈਸਟ ਫੰਡ ਇਕੱਠਾ ਹੋਇਆ GoFundMe ਦੇ ਉੱਤੇ ਕਿਸੇ ਕੰਮ ਦੇ ਲਈ। ਪਹਿਲਾਂ ਜਿਹੜਾ ਇੱਕ ਉਹ ਹਾਕੀ ਦੇ ਖਿਡਾਰੀਆਂ ਦੇ ਵਿੱਚ ਟਰੱਕ ਦਾ ਐਕਸੀਡੈਂਟ ਹੋ ਗਿਆ ਸੀ, ਉਸ ਮਾਮਲੇ ਦੇ ਵਿੱਚ ਸਭ ਤੋਂ ਵੱਧ ਜਿਹੜੇ ਪੈਸੇ ਉਹ ਡਾਲਰ ਜਿਹੜੇ ਆ ਉਸ ਵੇਲੇ ਇਕੱਠੇ ਹੋਏ ਸੀ। ਸੋ ਹੁਣ ਤੱਕ ਦਾ ਇਹ ਉਸ ਵੇਲੇ ਦਾ ਜਿਹੜਾ ਹੰਬਲਟ ਦਾ ਉਹ ਕ੍ਰੈਸ਼ ਸੀ ਉਹਨੂੰ 2018 ਦੇ ਵਿੱਚ ਹੋਇਆ ਸੀ, ਉਹਨੂੰ ਇਹ ਸਰਪਾਸ ਕਰ ਚੁੱਕਾ ਆ। ਮਾਮਲਾ ਇਹ ਉੱਥੇ ਇਸ ਵੇਲੇ ਸਾਹਮਣੇ ਆ ਰਿਹਾ ਕਿ ਬਹੁਤ ਸਾਰੇ ਲੋਕ ਆ ਜਿਹੜੇ ਇਸ ਚੀਜ਼ ਨੂੰ ਹੁਣ ਪਸੰਦ ਨਹੀਂ ਕਰ ਰਹੇ। ਇਹ ਪੋਲੀਟੀਕਲੀ ਵੀ ਗੱਲਬਾਤ ਵੰਡੀ ਗਈ ਆ। NDP ਦੇ ਆਗੂ ਜਗਮੀਤ ਸਿੰਘ ਨੇ ਕਿਹਾ ਵੀ ਇਹ ਗਲਤ ਆ, ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ। ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਇਹ ਗਲਤ ਹੋ ਰਿਹਾ, ਨਹੀਂ ਕਰਨਾ ਚਾਹੀਦਾ। ਜਿਸ ਤਰੀਕੇ ਦੇ ਨਾਲ ਇਹ ਕਰ ਰਿਹਾ ਅਸੀਂ ਇਹਨਾਂ ਨੂੰ ਮਿਲਣਾ ਵੀ ਨਹੀਂ, ਕਿਉਂਕਿ ਇਹ ਮਿਲਣ ਵਾਲੀ ਗੱਲ ਹੀ ਨਹੀਂ ਕਰ ਰਿਹਾ। ਦੂਜੇ ਪਾਸੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਐਰਨ ਟੂਲ, ਉਹ ਕਿਤੇ ਨਾ ਕਿਤੇ ਇਹਨਾਂ ਦੀ ਸੁਰ ਦੇ ਵਿੱਚ ਬੋਲ ਰਹੇ ਆ ਤੇ ਕਹਿ ਰਹੇ ਆ ਕਿ ਪ੍ਰਧਾਨ ਮੰਤਰੀ ਨੂੰ ਇਹਨਾਂ ਨੂੰ ਮਿਲਣਾ ਚਾਹੀਦਾ ਆ। ਹੁਣ ਜਿਹੜੇ ਐਂਟੀ ਵੈਕਸਰਸ ਨੇ, ਜਿਹੜੇ ਲੋਕ ਵੈਕਸੀਨ ਦਾ ਸ਼ੁਰੂ ਤੋਂ ਵਿਰੋਧ ਕਰਦੇ ਆਏ ਆ, ਸਿਰਫ COVID-19 ਦੀ ਵੈਕਸੀਨ ਦਾ ਨਹੀਂ, ਸਗੋਂ ਜਦੋਂ ਦੀ ਵੈਕਸੀਨ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਵੈਕਸੀਨ ਦਾ ਵਿਰੋਧ ਕਰਦੇ ਆਏ ਆ, ਉਹ ਕੁਝ ਜਿਹੜੇ ਐਕਸਟ੍ਰੀਮ ਸੱਜੇ ਪੱਖੀ ਲੋਕ ਨੇ, ਉਹੀ ਲੋਕ ਜਿਨ੍ਹਾਂ ਨੇ ਪਿਛਲੀ ਇਲੈਕਸ਼ਨ ਦੇ ਵਿੱਚ ਮਾਨਯੋਗ ਜਸਟਿਨ ਟਰੂਡੋ ਦੇ ਉੱਤੇ ਬੱਟੀਆਂ ਮਾਰੀਆਂ ਸੀ, ਜਿਹੜੀ ਬਜਰੀ ਸਿੱਟ ਦਿੱਤੀ ਸੀ, ਉਹ ਲੋਕ ਇਕੱਠੇ ਹੋਏ ਆ। ਤੇ ਓਟਵਾ ਦੇ ਵਿੱਚ ਜਿਸ ਤਰ੍ਹਾਂ ਦੀ ਇਸ ਵੇਲੇ ਹਾਲਤ ਬਣੀ ਆ ਕਿ ਲੋਕ ਉੱਥੇ, ਸ਼ਹਿਰ ਦੇ ਲੋਕ ਡਰੇ ਪਏ ਆ, ਜਿੰਨੀ ਉੱਥੇ ਆਵਾਜ਼ ਹੋ ਰਹੀ ਆ। ਸ਼ਹਿਰ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਜਾਣਾ ਕੱਲ੍ਹ ਤੱਕ ਅਸੰਭਵ ਹੋਇਆ ਪਿਆ ਸੀ। ਹੁਣ ਬਹੁਤ ਸਾਰੇ ਲੋਕ ਉੱਥੋਂ ਵਾਪਸ ਆ ਗਏ ਆ, ਪਰ ਬਹੁਤ ਸਾਰੇ ਲੋਕ ਉੱਥੇ ਪੱਕੇ ਬੈਠ ਗਏ ਆ। $9.5 ਮਿਲੀਅਨ ਦੀ ਡੋਨੇਸ਼ਨ ਇਹਨਾਂ ਨੂੰ ਮਿਲ ਚੁੱਕੀ ਹੈ ਤੇ ਕਹਿਣਾ ਇਹਨਾਂ ਦਾ ਇਹ ਆ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਅਸੀਂ ਓਟਵਾ ਤੋਂ ਵਾਪਸ ਨਹੀਂ ਆਉਣਾ। ਇਸ ਮਾਮਲੇ ਦੇ ਉੱਤੇ ਜਿਹੜੀ ਰਾਜਨੀਤੀ ਆ ਉਹ ਕਾਫੀ ਇਹਦੇ ਨਾਲ ਹੋ ਰਹੀ ਹੈ। ਕੋਵਿਡ ਦੀਆਂ ਰੈਸਟ੍ਰਿਕਸ਼ਨਸ ਜਿਹੜੀਆਂ ਇੱਕ ਪਾਸੇ ਰਹਿ ਜਾਂਦੀਆਂ ਤੇ ਉਹਦੇ ਨਾਲ ਹੁਣ ਜਿਹੜੇ ਪੋਲੀਟੀਕਲ ਰੂਪ ਦੇ ਵਿੱਚ ਸਿੱਧੇ ਲੋਕ ਇਸ ਮਾਮਲੇ ਦੇ ਵਿੱਚ ਵੰਡੇ ਗਏ ਆ। ਪ੍ਰਧਾਨ ਮੰਤਰੀ ਇਹਨਾਂ ਨੂੰ ਮਿਲ ਨਹੀਂ ਰਹੇ ਕਿਉਂਕਿ ਉਹ ਕਹਿੰਦੇ ਜਿਸ ਤਰੀਕੇ ਦੇ ਨਾਲ ਜਿਹੜਾ ਨੈਸ਼ਨਲ ਵਾਰ ਮੈਮੋਰੀਅਲ ਨੂੰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਵੈਂਡਲਾਈਜ਼ ਕੀਤਾ ਆ, ਔਰ ਦੂਜੀ ਗੱਲ ਉੱਥੇ ਜਿਹੜੇ ਕੁਝ ਹੋਮਲੈਸ ਲੋਕ ਆ ਉਹਨਾਂ ਦਾ ਕਹਿੰਦੇ ਇਹਨਾਂ ਨੇ ਫੂਡ ਵੀ ਉਹਨਾਂ ਦਾ ਖੋਹ ਲਿਆ, ਕੁਝ ਬਿਜ਼ਨਸ ਨੂੰ ਵੀ ਨੁਕਸਾਨ ਪਹੁੰਚਾਇਆ। ਨਾਜ਼ੀ ਫਲੈਗ ਇਹਨਾਂ ਦੇ ਹੱਥ ਵਿੱਚ ਆ, ਸਵਾਸਤਿਕ ਦੇ ਨਿਸ਼ਾਨ ਇਹਨਾਂ ਦੇ ਹੱਥ ਵਿੱਚ ਆ ਤੇ ਇਹ ਪੂਰੇ ਦਾ ਪੂਰਾ ਮਸਲਾ ਜਿਹੜਾ ਆ ਉਹ ਕਿਸੇ ਹੋਰ ਪਾਸੇ ਨੂੰ ਚਲੇ ਗਿਆ। ਹਾਲਤ ਕੱਲ੍ਹ ਇਹ ਸੀ ਕਿ ਉੱਥੇ ਐਂਬੂਲੈਂਸ ਜਾ ਰਹੀ ਸੀ ਮਰੀਜ਼ ਨੂੰ ਲੈ ਕੇ ਤੇ ਉਹਨੂੰ ਰਸਤਾ ਨਹੀਂ ਦਿੱਤਾ ਜਾ ਰਿਹਾ ਸੀ, ਪੱਥਰ ਸਿੱਟੇ ਜਾ ਰਹੇ ਸੀ। ਐਂਬੂਲੈਂਸ ਨੂੰ ਪੁਲਿਸ ਨੂੰ ਕਾਲ ਕਰਨੀ ਪਈ ਵੀ ਸਾਨੂੰ ਸਕਾਟ ਕਰਕੇ ਇਹਨਾਂ ਦੇ ਵਿੱਚ ਦੀ ਲੰਘਾਇਆ ਜਾਵੇ। ਜਿੱਥੇ ਐਰਨ ਟੂਲ ਇਸ ਮਾਮਲੇ ਦੇ ਵਿੱਚ ਪਹਿਲਾਂ ਬਿਆਨ ਦੇ ਚੁੱਕੇ ਆ ਲਗਭਗ ਇਹਨਾਂ ਦੇ ਹੱਕ ਵਿੱਚ, ਦੂਜੇ ਪਾਸੇ ਇਹਦੇ ਨਾਲ ਹੀ ਕੰਜ਼ਰਵੇਟਿਵ ਦੇ ਡਿਪਟੀ ਲੀਡਰ ਜਿਹੜੇ ਹੈਗੇ ਆ ਕੈਂਡੀਸ ਬਰਗਨ, ਉਹਨਾਂ ਨੇ ਵੀ ਕਿਹਾ ਆ ਕਿ ਟਰੂਡੋ ਨੂੰ ਇਹਨਾਂ ਨੂੰ ਮਿਲਣਾ ਚਾਹੀਦਾ ਆ, ਇਹਨਾਂ ਦੀ ਗੱਲਬਾਤ ਸੁਣਨੀ ਚਾਹੀਦੀ ਹੈ। ਕੈਨੇਡਾ ਯੂਨਿਟੀ ਨਾਂ ਦਾ ਇੱਕ ਗਰੁੱਪ ਇਸ ਪੂਰੇ ਦੇ ਪੂਰੇ ਕਾਫਲੇ ਦੇ ਪਿੱਛੇ ਆ ਤੇ ਇਹ ਪਹਿਲਾਂ ਵੀ ਜਿਹੜੇ ਵੈਕਸੀਨ ਦੇ ਵਿਰੋਧ ਦੇ ਵਿੱਚ, ਵੈਕਸੀਨ ਮੈਂਡੇਟ ਦੇ ਵਿਰੋਧ ਦੇ ਵਿੱਚ ਲੋਕ ਸਾਹਮਣੇ ਆਉਂਦੇ ਰਹੇ ਆ। ਕਿਹਾ ਇਹ ਜਾ ਰਿਹਾ ਕਿ ਵੈਕਸੀਨ ਜਿਹੜਾ ਵਿਅਕਤੀ ਲਵਾਉਣਾ ਚਾਹੁੰਦਾ ਲਵਾ ਲਵੇ, ਪਰ ਇਹ ਜ਼ਰੂਰੀ ਨਹੀਂ ਕੀਤੀ ਜਾਣੀ ਚਾਹੀਦੀ। ਅੱਜ ontario ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਬਿਆਨ ਦਿੱਤਾ ਜਿਹਦੇ ਵਿੱਚ ਉਹ ਕਹਿੰਦੇ ਵੀ ਹੁਣ ਇਹਨਾਂ ਨੇ ਪ੍ਰਦਰਸ਼ਨ ਕਰ ਲਿਆ, ਜਿਹੜਾ ਕਰਨਾ ਸੀ ਇੱਥੇ ਆ ਗਏ, ਸਾਰਿਆਂ ਨੇ ਇਹਨਾਂ ਨੂੰ ਸੁਣ ਲਿਆ, ਓਟਵਾ ਨੇ ਇਹਨਾਂ ਨੂੰ ਸੁਣ ਲਿਆ, ਪੂਰੇ ਦੇਸ਼ ਨੇ ਇਹਨਾਂ ਦੀ ਗੱਲ ਸੁਣ ਲਈ, ਹੁਣ ਇਹ ਮੁੜ ਜਾਣ। ਪਰ ਉਹ ਉੱਥੋਂ ਵਾਪਸ ਜਾਣ ਦੇ ਲਈ ਤਿਆਰ ਨਹੀਂ ਆ। ਉਹ ਕਹਿੰਦੇ ਅਸੀਂ ਹਮੇਸ਼ਾ ਟਰੱਕਰਸ ਨੂੰ ਸਪੋਰਟ ਕੀਤਾ ਆ, ਪਰ ਅਸੀਂ ਵੈਕਸੀਨੇਸ਼ਨ ਨੂੰ ਵੀ ਸਪੋਰਟ ਕੀਤਾ ਆ, ਔਰ ਬਹੁਤ ਸਾਰੇ ਟਰੱਕਰਸ ਇਸ ਗੱਲ ਨੂੰ ਸਮਝਦੇ ਵੀ ਆ ਕਿ ਵੈਕਸੀਨ ਲਵਾਉਣੀ ਜ਼ਰੂਰੀ ਆ, ਇਸੇ ਕਰਕੇ 90% ਨੇ ਵੈਕਸੀਨ ਲਵਾ ਲਈ ਆ। ਇਹ ਟਰੱਕਰਸ ਦੇ ਨਾਲ ਜਾਂ ਟਰੱਕਰਸ ਦੇ ਨਾਂ ਥੱਲੇ ਕੁਝ ਹੋਰ ਜਿਹੜੇ ਲੋਕ ਨੇ ਉਹ ਨਾਲ ਆ ਕੇ ਜੁੜ ਗਏ ਆ ਤੇ ਉਹ ਇਹ ਸਾਰੇ ਕੁਝ ਨੂੰ ਵਾਇਲੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਗੱਲ ਇਸ ਵੇਲੇ ਖਾਸ ਤੌਰ ਦੇ ਉੱਤੇ ਚਿੰਤਾ 'ਚ ਆ। ਜਿਹੜੀ ਐਂਗਜ਼ਾਇਟੀ ਆ, ਜਿਹੜੀ ਟੈਨਸ਼ਨ ਆ ਉੱਥੋਂ ਦੇ ਲੈਣ ਵਾਲੇ ਲੋਕਾਂ ਦੇ ਵਿੱਚ, ਬਹੁਤ ਸਾਰੇ ਲੋਕਾਂ ਨੂੰ ਉੱਥੇ ਹਰਾਸ ਕੀਤਾ ਗਿਆ ਦੱਸਿਆ ਜਾ ਰਿਹਾ, ਔਰ ਕਈ ਥਾਵਾਂ ਦੇ ਉੱਤੇ ਜਿਹੜੇ ਉੱਥੋਂ ਦੇ ਕਾਉਂਸਲਰ ਨੇ ਉਹਨਾਂ ਨੇ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ ਕੋਲੋਂ ਮਦਦ ਮੰਗੀ ਆ ਕਿ ਸਿਟੀ ਓਟਵਾ ਇਹਨਾਂ ਨੂੰ ਸਾਂਭਣ ਦੇ ਲਈ
ਪੂਰੀ ਤਰ੍ਹਾਂ ਨਹੀਂ ਉਹਨਾਂ ਕੋਲੇ ਪਾਵਰਸ ਹੈਗੀਆਂ, ਸਾਡੀ ਮਦਦ ਕੀਤੀ ਜਾਵੇ ਕਿਸੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਹੈਂਡਲ ਕਰਨ ਦੇ ਲਈ। ਮਾਮਲਾ ਇਸ ਵੇਲੇ ਕਾਫੀ ਵੱਧ ਚੁੱਕਿਆ ਹੈ, ਲੋਕ ਉੱਥੇ ਬੈਠ ਗਏ, ਜਿਨ੍ਹਾਂ ਨੇ ਹੋਟਲਸ ਲਾਏ ਸੀ ਉਹਨਾਂ ਨੇ ਆਪਣੀ ਸਟੇ ਐਕਸਟੈਂਡ ਕਰ ਲਈ ਦੱਸੀ ਜਾਂਦੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਹਿੰਦੇ ਅਸੀਂ ਉਹਨਾਂ ਚਿਰ ਉੱਥੋਂ ਨਹੀਂ ਆ ਸਕਦੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਪਹਿਲਾਂ ਲੱਗਦਾ ਸੀ ਕਿ ਪ੍ਰਧਾਨ ਮੰਤਰੀ ਉਹਨਾਂ ਨੂੰ ਮਿਲਣਗੇ, ਕਿਤੇ ਨਾ ਕਿਤੇ ਮੰਗਾਂ ਮੰਨ ਲਈਆਂ ਜਾਣਗੀਆਂ, ਪਰ ਹੁਣ ਲੱਗਦਾ ਕਿ ਇਹ ਮਾਮਲਾ ਕਾਫੀ ਅੱਗੇ ਵੱਧ ਸਕਦਾ। ਇੱਕ ਦਿਨ ਦਾ $8 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਕਿ ਪੁਲਿਸ ਦਾ ਖਰਚਾ ਆ ਇਹ ਸਾਰੇ ਕੁਛ ਨੂੰ ਹੈਂਡਲ ਕਰਨ ਦੇ ਲਈ। ਇਹਨਾਂ ਦੇ ਕੋਲ ਵੀ ਫੰਡ ਬਹੁਤ ਆ, ਕਿੰਨਾ ਚਿਰ ਇਹ ਉੱਥੇ ਬੈਠਦੇ ਆ, ਕਿੰਨਾ ਚਿਰ ਸਰਕਾਰ ਦੇ ਨਾਲ ਇਹਨਾਂ ਦਾ ਵਿਰੋਧ ਹੁੰਦਾ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਸਪਸ਼ਟ ਹੋਵੇਗੀ। ਅੱਜ ਟੈਸਲਾ ਕੰਪਨੀ ਬਾਰੇ ਗੱਲਬਾਤ ਚੱਲ ਰਹੀ ਹੈ ਕਿ ਟੈਸਲਾ ਕੰਪਨੀ ਆਪਣੀਆਂ 54,000 ਦੇ ਕਰੀਬ ਕਾਰਾਂ ਤੇ SUVs ਨੂੰ ਕਾਲ ਕਰ ਰਿਹਾ, ਰੀਕਾਲ ਕਰ ਰਿਹਾ ਹੈ, ਕਿਉਂਕਿ ਇਹਦੇ ਫੁੱਲ ਸੈਲਫ ਡਰਾਈਵਿੰਗ ਸੌਫਟਵੇਅਰ ਦੇ ਵਿੱਚ ਕੁਝ ਨੁਕਸ ਇਹ ਆ ਕਿ ਜਿਹੜੇ ਸਟਾਪ ਸਾਈਨ ਆ, ਇਹ ਕਾਰ ਉਸ ਸਟਾਪ ਸਾਈਨ ਨੂੰ ਦੇਖ ਕੇ ਪੂਰੀ ਤਰ੍ਹਾਂ ਰੁਕਦੀ ਨਹੀਂ, ਸਗੋਂ ਹੌਲੀ ਹੋ ਜਾਂਦੀ ਹੈ ਤੇ ਲੰਘ ਜਾਂਦੀ ਹੈ, ਉਹਨੂੰ ਇਗਨੋਰ ਕਰ ਦਿੰਦੀ ਹੈ। ਸੇਫਟੀ ਰੈਗੂਲੇਟਰਸ ਅਮਰੀਕਾ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਚਿੰਤਤ ਨੇ ਤੇ ਇਹ ਕਿਹਾ ਜਾ ਰਿਹਾ ਕਿ ਹੁਣ ਇਸ ਫੀਚਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਡਿਸੇਬਲ ਕਰਨ ਦੇ ਲਈ ਇਹਨੂੰ ਰੀਕਾਲ ਕੀਤਾ ਜਾ ਰਿਹਾ ਕਿ ਇਹ ਸਟਾਪ ਸਾਈਨ ਤੋਂ ਬਾਅਦ ਜਿਹੜਾ ਰੋਲਿੰਗ ਸਟਾਪ ਫੀਚਰ ਆ ਉਹ ਇਸ ਵਹੀਕਲ ਨੂੰ ਇਸ ਤਰ੍ਹਾਂ ਕਰਦਾ ਕਿ ਇੰਟਰਸੈਕਸ਼ਨ ਜਿੱਥੇ ਆਲਵੇਜ਼ ਸਟਾਪ ਹੁੰਦਾ ਉੱਥੇ ਇਹ 9 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਜਾਣੀ ਸ਼ੁਰੂ ਕਰ ਦਿੰਦੀ ਆ, ਰੁਕਦੀ ਨਹੀਂ ਆ। ਇਹ ਵਹੀਕਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਆਪਣੇ ਆਪ ਦੇ ਵਿੱਚ ਅਮਰੀਕਾ ਦੀਆਂ ਬਹੁਤ ਸਾਰੀਆਂ ਸਟੇਟਸ ਦੇ ਲਾਅ ਨੂੰ ਵਾਇਓਲੇਟ ਕਰਦਾ ਆ, ਉਹਨੂੰ ਇਸ ਤਰ੍ਹਾਂ ਉੱਥੇ ਨਹੀਂ ਹੈ, ਜਿਹਦੇ ਕਰਕੇ ਇਹਨੂੰ ਰੀਕਾਲ ਕੀਤਾ ਜਾ ਰਿਹਾ। ਟੈਸਲਾ ਹੁਣ ਇਹਨੂੰ ਐਗਰੀ ਕਰ ਗਈ ਹੈ, 2 ਮੀਟਿੰਗਸ ਹੋਈਆਂ ਉਹਦੀਆਂ ਅਫੀਸ਼ੀਅਲਸ ਦੇ ਨਾਲ, ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਨਾਲ, ਡਾਕੂਮੈਂਟਸ ਦੱਸ ਰਹੇ ਆ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਜੇ ਤੱਕ ਕੋਈ ਵੀ ਕ੍ਰੈਸ਼ ਨਹੀਂ ਹੋਇਆ, ਕੋਈ ਵੀ ਇਸ ਫੀਚਰ ਦੀ ਗਲਤੀ ਕਾਰਨ ਇੰਜਰੀ ਨਹੀਂ ਹੋਈ। ਜਿਹੜੀਆਂ ਗੱਡੀਆਂ ਨੂੰ ਰੀਕਾਲ ਕੀਤਾ ਗਿਆ ਮਾਡਲ S ਸੀਡਾਨ ਤੇ X SUVs 2016 ਤੋਂ ਲੈ ਕੇ 2022 ਤੱਕ ਤੇ 2017 ਤੋਂ ਲੈ ਕੇ 2022 ਤੱਕ ਮਾਡਲ 3 ਸੀਡਾਨਸ ਤੇ 2020 ਤੋਂ ਲੈ ਕੇ 2022 ਮਾਡਲ Y SUV ਇਹਨਾਂ ਕਾਰਾਂ ਨੂੰ ਰੀਕਾਲ ਕੀਤਾ ਗਿਆ ਆ। ਇਹ ਜਿਹੜੇ ਸਿਲੈਕਟਡ ਟੈਸਲਾ ਡਰਾਈਵਰਸ ਨੇ ਉਹ ਬੀਟਾ ਟੈਸਟਿੰਗ ਦੇ ਉੱਤੇ ਨੇ, ਫੁੱਲ ਸੈਲਫ ਡਰਾਈਵਿੰਗ ਸੌਫਟਵੇਅਰ ਪਬਲਿਕ ਰੋਡਸ ਦੇ ਉੱਤੇ ਆ। ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਟੈਸਲਾ ਕਾਰ ਸਾਡਾ ਭਵਿੱਖ, ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਕਾਰਾਂ ਬਹੁਤ ਹੋਣਗੀਆਂ ਜਿਨ੍ਹਾਂ ਦੇ ਵਿੱਚ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਬਹੁਤ ਸਾਰੀਆਂ ਆਪਣੇ ਆਪ ਹੀ ਚੱਲਦੀਆਂ, ਬਹੁਤ ਸਾਰੇ ਫੀਚਰ ਇਹਨਾਂ ਦੇ ਵਿੱਚ ਹੁੰਦੇ ਆ, ਜਿਹਦੇ ਕਰਕੇ ਡਰਾਈਵਰਸ ਦੀ ਲੋੜ ਜਾਂ ਉਹਦੀ ਇੰਪੋਰਟੈਂਸ ਇਹਦੇ ਵਿੱਚ ਘਟ ਜਾਂਦੀ ਆ। ਇੱਕ ਜਿਹੜਾ ਫਰਮਵੇਅਰ ਆ ਉਹ ਰਿਲੀਜ਼ ਜਿਹੜਾ ਹੋਊਗਾ, ਜਿਹੜਾ ਇਸ ਰੋਲਿੰਗ ਸਟਾਪ ਨੂੰ ਡਿਸੇਬਲ ਕਰ ਦੂਗਾ, ਉਹਨੂੰ ਅਰਲੀ ਫਰਵਰੀ ਦੇ ਵਿੱਚ, ਐਸੇ ਪਹਿਲੇ ਹਫਤੇ ਦੇ ਵਿੱਚ ਆਉਣ ਦੀ ਆਸ ਦੱਸੀ ਜਾ ਰਹੀ ਹੈ। ਟੈਸਲਾ ਨੇ ਰੋਲਿੰਗ ਸਟਾਪ ਫੀਚਰ ਸੌਫਟਵੇਅਰ ਜਿਹੜਾ ਅਪਡੇਟ ਇਹਦੇ ਵਿੱਚ ਕੀਤਾ ਸੀ ਅਕਤੂਬਰ 2020 ਦੇ ਵਿੱਚ, ਤੇ ਇਹਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਈ ਫੀਚਰ ਇਹਦੇ ਵਿੱਚ ਡਿਸਟਰਬੈਂਸ ਕਰ ਰਹੇ, ਕਈ ਫੀਚਰ ਇਹਦੇ ਵਿੱਚ ਜਿਹੜੇ ਉਸ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੇ ਜਿਸ ਤਰੀਕੇ ਦੇ ਨਾਲ ਆਸ ਕੀਤੀ ਜਾਂਦੀ ਆ, ਉਹਨਾਂ ਦੇ ਉੱਤੇ ਕੰਟਰੋਵਰਸੀ ਵੀ ਹੁੰਦੀ ਰਹੀ ਆ। ਇਸੇ ਫੀਚਰ ਦੇ ਰੋਲਿੰਗ ਸਟਾਪ ਫੀਚਰ ਦੇ ਵਿੱਚ ਟੈਸਲਾ ਕਾਰ ਆਲਵੇਜ਼ ਸਟਾਪ ਦੇ ਉੱਤੇ ਜਿਹੜੀ ਆ ਇਹ ਫੰਕਸ਼ਨ ਜਦੋਂ ਅਨੇਬਲ ਹੁੰਦਾ ਅੱਗੇ ਨੂੰ ਚਲੇ ਜਾਂਦੀ ਆ। ਜਿਹੜਾ ਵਹੀਕਲਸ ਜਿਹੜਾ ਉਹਦੀ ਇੱਕ ਖਾਸ ਸਪੀਡ ਹੁੰਦੀ ਆ ਇੰਟਰਸੈਕਸ਼ਨ ਦੇ ਉੱਤੇ, ਤੇ ਇਹਨੂੰ ਜਿਹੜੇ ਪੈਡੈਸਟਰੀਅਨ ਬਾਈਸਾਈਕਲਿਸਟ ਜਿਹੜੇ ਨੇੜੇ ਤੇੜੇ ਹੈਗੇ ਆ ਉਹਨਾਂ ਨੂੰ ਇਹ ਡਿਟੈਕਟ ਕਰ ਲੈਂਦੀ ਆ। ਇੰਟਰਸੈਕਸ਼ਨ ਦੇ ਉੱਤੇ ਇੱਕ ਖਾਸ ਸਪੀਡ ਦੇ ਉੱਤੇ ਕੁਝ ਚੀਜ਼ਾਂ ਨੂੰ ਇਹ ਡਿਟੈਕਟ ਕਰਨ ਦੇ ਵਿੱਚ ਫੇਲ ਹੋ ਜਾਂਦੀ ਆ, ਉਹਨਾਂ ਨੂੰ ਇਹ 4-ਵੇ ਸਟਾਪ ਦੇ ਉੱਤੇ ਡਿਟੈਕਟ ਨਹੀਂ ਕਰਦੀ। ਦੱਸਿਆ ਜਾ ਰਿਹਾ ਕਿ ਕੋਈ ਬੱਚਾ ਜਿਹੜਾ ਹੈਗਾ ਆ ਉੱਥੇ ਕੋਈ ਕ੍ਰੋਸ ਕਰਦਾ ਆ, ਉਹਨੂੰ ਕਈ ਵਾਰੀ ਇਹ ਜਿਹੜਾ ਉਹਦੇ ਲਈ ਇਹ ਉਸ ਚੀਜ਼ ਦੇ ਅੰਡਰ ਨਹੀਂ ਆਉਂਦਾ ਜਿਹਦੇ ਵਿੱਚ ਕਿ ਉਹਨੂੰ ਇਹ ਡਿਟੈਕਟ ਕਰ ਸਕੇ, ਤੇ ਜਿਹੜਾ ਕਿ ਬਹੁਤ ਅਨਸੇਫ ਇਸ ਮਾਮਲੇ ਦੇ ਵਿੱਚ ਹੈਗਾ ਆ। ਹੁਣ ਦੱਸਿਆ ਜਾ ਰਿਹਾ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਠੀਕ ਕਰਨ ਦਾ ਯਤਨ ਕੀਤਾ ਜਾ ਰਿਹਾ। ਪਿਛਲੇ ਸਮੇਂ ਦੇ ਵਿੱਚ ਕਈ ਵਾਰਦਾਤਾਂ ਜਿਹੜੀਆਂ ਕਈ ਐਕਸੀਡੈਂਟ ਇਸ ਤਰ੍ਹਾਂ ਦੇ ਹੋਏ ਸੀ, ਜਿਹਦੇ ਵਿੱਚ ਇੱਕ ਕੈਲੀਫੋਰਨੀਆ ਦਾ ਟੈਸਲਾ ਡਰਾਈਵ ਕਰ ਰਿਹਾ ਫੁੱਲ ਸੈਲਫ ਡਰਾਈਵਿੰਗ ਦੇ ਮੋਡ ਦੇ ਉੱਤੇ, ਤੇ ਦੱਸਿਆ ਜਾ ਰਿਹਾ ਕਿ ਕ੍ਰੈਸ਼ ਹੋ ਗਿਆ ਸੀ। ਉਸ ਵਿਅਕਤੀ ਦਾ ਡਰਾਈਵਰ ਇਹ ਕੰਪਲੇਂਟ ਕਰ ਲਿਆ ਸੀ ਕਿ ਕਾਰ ਜਿਹੜੀ ਆ ਉਹ ਜਿਹੜੀ ਮਾਡਲ Y ਸੀਗੀ ਉਹ ਰੋਂਗ ਲੇਨ ਦੇ ਵਿੱਚ ਚਲੇ ਗਈ ਤੇ ਇਹਨੇ ਦੂਜੇ ਵਹੀਕਲ ਨੂੰ ਹਿੱਟ ਕੀਤਾ, ਤੇ ਫਿਰ SUV ਨੇ ਉਹ ਡਰਾਈਵਰ ਨੂੰ ਜਦੋਂ
ਅਲਰਟ ਦਿੱਤਾ ਉਸ ਟਰਨ ਦੇ ਥੋੜ੍ਹਾ ਜਿਹਾ ਪਹਿਲਾਂ, ਤੇ ਉਹਨੇ ਉਹਨੂੰ ਵੀਲ ਨੂੰ ਟਰਨ ਕਰਨ ਦੀ ਕੋਸ਼ਿਸ਼ ਕੀਤੀ ਡਰਾਈਵਰ ਨੇ ਉਸ ਡਾਇਰੈਕਸ਼ਨ ਦੇ ਵਿੱਚ, ਜਿਸ ਡਾਇਰੈਕਸ਼ਨ ਦੇ ਵਿੱਚ ਉਹਨੂੰ ਲੱਗਦਾ ਸੀ ਕਿ ਐਕਸੀਡੈਂਟ ਰੁਕ ਜਾਊਗਾ, ਪਰ ਕਾਰ ਜਿਹੜੀ ਆ ਉਹਨੇ ਆਪਣੇ ਆਪ ਕੰਟਰੋਲ ਆਪ ਲੈ ਲਿਆ ਡਰਾਈਵਰ ਤੋਂ, ਤੇ ਉਹਨੂੰ ਇਨਕਰੈਕਟ ਲੇਨ ਦੇ ਵਿੱਚ ਲੈ ਗਈ, ਜਿੱਥੇ ਜਾ ਕੇ ਕਿ ਉਹ ਕਹਿੰਦੇ ਇਹ ਕ੍ਰੈਸ਼ ਹੋ ਗਿਆ ਸੀ। ਕਈ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਆ ਜਿੱਥੇ ਇਹਦਾ ਆਟੋ ਪਾਇਲਟ ਮੋਡ ਜਿਹੜਾ ਸਾਹਮਣੇ ਪਈ ਚੀਜ਼ ਨੂੰ ਡਿਟੈਕਟ ਕਰਨ ਦੇ ਵਿੱਚ ਅਸਫਲ ਹੋਇਆ ਆ, ਤੇ ਇਹ ਕੁਛ ਜਿਹੜੀਆਂ ਘਟਨਾਵਾਂ ਵਾਪਰੀਆਂ। CEO ਐਲਨ ਮਸਕ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਇੱਕ ਸ਼ੌਕਿੰਗ ਨਿਊਜ਼ ਆ ਕਿ ਸੌਫਟਵੇਅਰ ਜਿਹੜਾ ਆ ਉਹ ਸੇਫਲੀ ਡਰਾਈਵ ਨਹੀਂ ਕਰ ਸਕਦਾ ਤੇ ਹਿਊਮਨਸ ਨਾਲੋਂ ਚੰਗੀ ਤਰ੍ਹਾਂ ਡਰਾਈਵ ਨਹੀਂ ਕਰ ਸਕਦਾ। ਸੋ ਇਸ ਮਾਮਲੇ ਦੇ ਵਿੱਚ ਇਹਦਾ ਜਿਹੜਾ ਟੈਸਲਾ ਦਾ ਸ਼ੇਅਰ ਆ ਉਹ ਵੀ 20% ਇਹਦੇ ਤੋਂ ਥੱਲੇ ਗਿਆ ਪਿਛਲੇ ਸਮੇਂ ਦੇ ਵਿੱਚ, ਤੇ ਇਨਵੈਸਟੀਗੇਸ਼ਨ ਜਿਹੜੀ ਆ ਪਹਿਲੇ ਮਾਮਲਿਆਂ ਦੇ ਵਿੱਚ ਵੀ ਕੀਤੀ ਜਾ ਰਹੀ ਆ। ਅਮਰੀਕਾ ਦੇ ਵਿੱਚ 7,65,000 ਦੇ ਕਰੀਬ ਵਹੀਕਲਸ 2014 ਤੋਂ ਲੈ ਕੇ ਹੁਣ ਤੱਕ ਅਮਰੀਕਾ ਦੇ ਵਿੱਚ ਇਹਦੇ ਵੇਚੇ ਜਾ ਚੁੱਕੇ ਆ। ਜਿਸ ਤਰ੍ਹਾਂ ਦੇ ਸੌਫਟਵੇਅਰਸ ਦੇ ਵਿੱਚ ਕੁਝ ਸਮੱਸਿਆਵਾਂ ਆ ਰਹੀਆਂ, ਉਸ ਤਰ੍ਹਾਂ ਨੂੰ ਰੀਕ ਕੇ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।